BTV देख रहे सारे दर्शकों का स्वागत। मैं हाँ लवदी बडियाल लैके हाजिर आ प्रोग्राम खबर पॉइंट, जिस दे विच असीं पंजाब ते देश दुनिया नाल जुड़ियां अहम खबरां ते मुद्दिआं ते चर्चा करदे हां। इन्हां अहम खबरां ते मुद्दिआं ते चर्चा करन लई मेरे नाल मौजूद ने सीनियर पत्रकार शिविंदर सिंह जी। सब तो पहला उन्हां दा स्वागत करदे हां। सत श्री अकाल शिविंदर जी। शुक्रिया जी लवदी, मेहरबानी जी। शिविंदर जी, प्रोग्राम की शुरुआत कर लैंदे हां। बीते दिन जो न्यूज़ क्लिक के ऑनलाइन पोर्टल के दफ्तरां ते छापे मारे गए सी, 30 ਥਾਵਾਂ ते छापेमारी की गई सी, कुछ पत्रकारां ते दोष लगे सी, उन्हां ते पूछताछ की गई सी ते खबर भी सामने आई है कि जो एडिटर ने उत्थे दे उन्हां नूं गिरफ्तार किया गया ते HR नूं भी गिरफ्तार किया गया। 7 दिन की पुलिस रिमांड ते भेजिया गया। की कुछ कहना चाहोगे? हाँ जी, असल में चौतरफा विरोध हो रही है। कल वैसे ਆਪਾਂ ਇੱਕ ਸੈਗਮੈਂਟ ਪੂਰਾ ਡਿਟੇਲ ਇਹਦੇ ਕੀਤੀ ਸੀ ਵੀ ਇਹਦੇ ਪਿੱਛੇ ਕੀ ਕਾਰਨ ਹੈ। ਦੇਖੋ ਬਹੁਤ ਕਾਰਨ ਕੀ ਹੁੰਦਾ ਕਿ ਆਮ ਤੌਰ ਦੇ ਉੱਤੇ ਜੇ ਮਨੀ ਲਾਂਡਰਿੰਗ ਦਾ ਮਾਮਲਾ ਹੁੰਦਾ ਹੈ ਜ਼ਿਆਦਾ ਉਹਦੇ ਸਟਰੋਂਗ ਹੁੰਦਾ ਸਰਕਾਰ ਦਾ ਪੱਖ, ਤਾਂ ਜ਼ਿਆਦਾ ਕੇਸ ਉਹ ਧਰਾਵਾਂ ਉੱਤੇ ਹੀ ਹੋਣੇ ਸੀਗੇ। ਕਿਉਂਕਿ 2021 ਦੇ ਇਸ ਮੀਡੀਆ ਅਦਾਰੇ ਦੇ ਉੱਤੇ ਲਗਾਤਾਰ ਸਰਕਾਰ ਦਾ ਕਹਿਰਵਾਨ ਹੋਈ ਹੈ। ਪਰ ਜਿਹੜੇ ਹੁਣ ਸਟੇਸ਼ਨ ਵਗੈਰਾ ਜਾਂ ਹੋਰ ਲਾਏ ਨੇ, ਇਹਦਾ ਮਤਲਬ ਕੀ ਹੈ ਕਿ ਉਹ ਮਾਮਲਾ ਸਟਰੋਂਗ ਨਹੀਂ ਹੈਗਾ, ਤਾਂ ਇਹਨਾਂ ਨੂੰ ਸਟੇਸ਼ਨ ਵਗੈਰਾ ਜਾਂ ਹੋਰ ਇੱਧਰ ਦੇ ਉਹਦੇ ਧਰਾਵਾਂ ਲਾਉਣੀਆਂ ਪਈਆਂ ਹੈਗੀਆਂ। ਤੇ ਇਹ ਮੇਨ ਤਾਂ ਇਹੀ ਹੈ ਵੀ ਸਰਕਾਰ ਨੂੰ ਉਹੀ ਚੀਜ਼ਾਂ ਚੁੱਭ ਰਹੀਆਂ ਨੇ ਜਿਹੜੇ ਮੀਡੀਆ ਅਦਾਰੇ ਉਹਨੂੰ ਸਵਾਲ ਕਰਦੇ ਨੇ। ਇਸੇ ਕਰਕੇ ਜਿਵੇਂ ਆਪਾਂ ਕੱਲ ਵੀ ਕਿਹਾ ਸੀਗਾ ਵੀ ਜੇਕਰ ਮਨੀ ਲਾਂਡਰਿੰਗ ਦੇ ਮਾਮਲੇ 'ਚ ਕੋਈ ਦਿੱਕਤ ਸੀ ਤਾਂ ਤੁਹਾਨੂੰ ਅਖਬਾਰ ਦੇ ਉਹਦੇ ਮੀਡੀਆ ਅਦਾਰੇ ਦੇ ਐਡੀਟਰ ਨਾਲ, ਮਾਲਕ ਨਾਲ ਗੱਲ ਕਰਨੀ ਚਾਹੀਦੀ ਸੀਗੀ। ਪੱਤਰਕਾਰਾਂ ਨੂੰ ਘੇਰਨ ਦੀ ਕੀ ਲੋੜ ਸੀ ਜਿਹੜੇ ਕਿ ਜਸਟ ਜਾਂ ਤਾਂ ਉੱਥੇ ਜੌਬ ਕਰਦੇ ਨੇ ਜਾਂ ਕੰਟਰੀਬਿਊਟਰ ਨੇ, ਇੱਕ ਫੀਸ ਲਈ ਤੇ ਆਪਣਾ ਕੰਮ ਕੀਤਾ। ਤੇ ਇੱਕ ਤਾਂ ਇਹ ਚੀਜ਼ ਹੈਗੀ ਸੀਗੀ। ਇਹਦਾ ਮਤਲਬ ਹੈ ਕਿ ਦਿੱਕਤ ਪੱਤਰਕਾਰੀ ਬਾਰੇ ਸੀ। ਜਿਹੜੇ ਹੁਣ ਸਵਾਲ ਵੀ ਪੁੱਛੇ ਗਏ ਉਹਨਾਂ ਦੇ ਕੋਲੋਂ, ਹੁਣ ਚੀਜ਼ਾਂ ਆ ਰਹੀਆਂ ਨੇ, ਸਵਾਲ ਪੁੱਛੇ ਗਏ ਕਿ ਤੁਸੀਂ ਕਿਸਾਨ ਅੰਦੋਲਨ ਦੌਰਾਨ ਰਿਪੋਰਟਿੰਗ ਕੀਤੀ ਹੈ, ਤੁਸੀਂ CA ਦੇ ਅੰਦੋਲਨ ਵੇਲੇ ਗਏ ਹੋ, ਤੁਸੀਂ ਜੀ G20 ਨੂੰ ਕਿਵੇਂ ਦੇਖਦੇ ਹੋ, ਸੰਮੇਲਨ ਨੂੰ। ਇਹ ਚੀਜ਼ਾਂ ਨੇ ਜਿਹੜੀਆਂ ਨਾ, ਇਹਦਾ ਮਤਲਬ ਇਹ ਸਾਬਤ ਕਰਦਾ ਕਿ ਤੁਹਾਨੂੰ ਦਿੱਕਤ ਉਹਨਾਂ ਦੀ ਪੱਤਰਕਾਰੀ ਦੇ ਨਾਲ ਹੈ। ਸੋ ਹੁਣ ਉਹਨਾਂ ਨੂੰ ਸਪੋਰਟ ਕਾਫੀ ਮਿਲਣ ਲੱਗੀ ਹੋਈ ਹੈ। ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲ ਦੀ ਸਟੇਟਮੈਂਟਾਂ ਆ ਰਹੀਆਂ ਹੈਗੀਆਂ ਨੇ। ਪੰਜਾਬ 'ਚ ਅੱਜ ਕਈ ਜਗ੍ਹਾ ਪ੍ਰੋਟੈਸਟ ਵੀ ਹੈਗੇ ਨੇ, ਚੰਡੀਗੜ੍ਹ ਵੀ ਪ੍ਰੋਟੈਸਟ ਹੈ 5 ਸੈਕਟਰ ਦੇ ਵਿੱਚ। ਦਿੱਲੀ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਅੱਜ 1 ਵਜੇ ਤੋਂ ਬਾਅਦ ਉੱਥੇ ਇੱਕ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਸ਼ੁਰੂ ਹੋ ਚੁੱਕੀ ਹੈ। ਤੇ ਉਹਦੇ ਵਿੱਚ ਵੀ ਹੁਣ ਤੱਕ ਜੋ ਖਬਰਾਂ ਆਈਆਂ ਨੇ ਉਹਦੇ ਵਿੱਚ ਵੀ ਕਾਫੀ ਪੱਤਰਕਾਰਾਂ ਨੇ ਵੱਡੇ ਪੱਧਰ ਤੇ ਰੋਸ ਜਤਾਇਆ। ਵੱਡੀਆਂ ਜਿਹੜੇ ਪ੍ਰੈਸ ਕਲੱਬ ਆਫ ਇੰਡੀਆ ਦੇ ਸਟੇਟਮੈਂਟ ਆ ਚੁੱਕੀ ਆ, ਐਡੀਟਰ ਗਿਲਡ ਆਫ ਇੰਡੀਆ ਦੀ ਸਟੇਟਮੈਂਟ ਆ ਚੁੱਕੀ ਆ। ਇਸ ਤਰ੍ਹਾਂ ਇਹ ਆਵਾਜ਼ ਜਿਹੜੀ ਕਾਫੀ ਬੁਲੰਦ ਹੋ ਰਹੀ ਹੈਗੀ ਆ, ਕਿਉਂਕਿ ਇਹਦੇ ਵਿੱਚ ਇੱਕ ਸਿੱਧੀ ਜਿਹੜੀ ਜ਼ਿਆਦਤੀ ਸਾਨੂੰ ਦਿਖਾਈ ਦੇ ਰਹੀ ਹੈਗੀ ਆ। ਉਹ ਜ਼ਿਆਦਤੀ ਇਹ ਹੈਗੀ ਹੈ ਕਿ ਸਰਕਾਰ ਜਿਹੜੀ ਹੈ ਲਗਾਤਾਰ ਉਹ ਚੁਣ ਕੇ ਉਹਨਾਂ ਮੀਡੀਆ ਅਦਾਰਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਿਹੜੇ ਉਹਨਾਂ ਨਾਲ ਸਹਿਮਤੀ ਰੱਖਦੇ ਨੇ, ਜਿਹੜੇ ਉਹਨਾਂ ਨੂੰ ਕੁਐਸਚਨ ਕਰਦੇ ਹੈਗੇ ਨੇ। ਸੋ ਸਾਨੂੰ ਪਤਾ ਵੀ ਪੂਰੇ ਮੀਡੀਆ ਦੀ ਜਿਹੜੀ ਹਾਲਾਤ ਹੈਗੀ ਆ ਉਹ ਇਸ ਤਰ੍ਹਾਂ ਦੀ ਬਣ ਚੁੱਕੀ ਹੈਗੀ ਹੈ ਕਿ ਅਖਬਾਰ ਇਹਨਾਂ ਦੇ ਕੰਟਰੋਲ 'ਚ ਹੈ, TV ਇਹਨਾਂ ਦੇ ਕੰਟਰੋਲ 'ਚ ਆ ਚੁੱਕੇ ਹੈਗੇ ਨੇ। ਡਿਜੀਟਲ ਮੀਡੀਆ ਵੀ ਜਿਹੜੀ ਇੱਕ ਸਪੇਸ ਛੋਟੀ ਮੋਟੀ ਬਚੀ ਹੋਈ ਹੈ ਉਹਨੂੰ ਇਹ ਆਪਣੇ ਖਤਮ ਕਰਨਾ ਚਾਹੁੰਦੇ ਹੈਗੇ ਨੇ। ਜਾਂ ਕਹਿ ਲਓ ਕਿ ਸਭ ਤੋਂ ਵੱਧ ਇਸ ਸਮੇਂ ਉਹਨਾਂ ਨੂੰ ਡਿਜੀਟਲ ਮੀਡੀਆ ਤੋਂ ਡਰ ਲੱਗਦਾ ਜਾਂ ਫਰੀਲਾਂਸਰ ਜਰਨਲਿਸਟਾਂ ਤੋਂ ਡਰ ਲੱਗਦਾ ਹੈਗਾ। ਸੋ ਅੱਜ ਦੀ ਘੜੀ ਵਿੱਚ ਉਹੀ ਇੱਕ ਸੱਚੀ ਪੱਤਰਕਾਰੀ ਕਰਦੇ ਹੋਏ ਸਾਨੂੰ ਦਿਖਾਈ ਵੀ ਦੇ ਰਹੇ ਹੈਗੇ ਨੇ। ਤੇ ਉਹ ਸੱਚੀ ਪੱਤਰਕਾਰੀ ਹੈ ਜਿਹੜੀ ਉਹਦੇ ਤੋਂ ਭਾਰਤ ਸਰਕਾਰ, ਮੋਦੀ ਸਰਕਾਰ ਡਰ ਰਹੀ ਹੈ। क्योंकि सरकार पूरी तरह डर रही हुई नजर आ रही है। इस विचकार जो विरोधी पार्टियां ने उन्होंने वालों भी तंज कसे गए हैं, सरकार ते कांग्रेस वालों विरोध किया जा रहा है, समाजवादी पार्टी विरोध कर रही है, तो जो इंडिया गठबंधन है उहदे वालों ये भी कहा गया कि सच दबाने की पूरी तरह कोशिश की जा रही है। उन्होंने कहा भी जिहड़ा सरकार नूं अपना सच्चाई प्रगट करदा, सच ते खड़दा, सरकार नूं क्वेश्चन करदा, ਉਹਨਾਂ ਨੂੰ ਇਹ ਚੁੱਭਦਾ ਹੈਗਾ, ਉਹਨੂੰ ਦਬਾਉਂਦੇ ਨੇ, ਉਹਦੀ ਆਵਾਜ਼ ਘੁੱਟਦੇ ਹੈਗੇ ਨੇ। ਇਹੀ ਕੁਝ ਪੱਤਰਕਾਰਾਂ ਨਾਲ ਹੋ ਰਿਹਾ, ਚਾਹੇ ਵਿਰੋਧੀ ਧਿਰਾਂ ਹੋਣ, ਉਹਨਾਂ ਨਾਲ ਹੋ ਰਿਹਾ ਹੈਗਾ। ਇਸੇ ਤਰ੍ਹਾਂ ਹੀ ਜਿਹੜਾ ਆਪਣਾ ਰਾਸ਼ਟਰੀ ਜਨਤਾ ਦਲ ਦਾ ਵੀ ਬਿਆਨ ਆ ਚੁੱਕਾ ਹੈਗਾ। ਉਹਨਾਂ ਦਾ ਕਹਿਣਾ ਹੈਗਾ ਕਿ ਅਸਲ ਵਿੱਚ ਇਹ ਉਹਨਾਂ ਦੇ ਸੀਨੀਅਰ ਲੀਡਰ ਝਾਹ ਉਹਨਾਂ ਦਾ ਬਿਆਨ ਆਇਆ, ਮਨੋਜ ਝਾਹ ਉਹਨਾਂ ਦਾ, ਕਿ ਅਸਲ 'ਚ ਸੱਚ ਬੋਲਣ ਦੀ ਸਜ਼ਾ ਦਿੱਤੀ ਜਾ ਰਹੀ ਹੈਗੀ ਆ। ਇਹ ਅਸਲ ਵਿੱਚ ਸਰਕਾਰ ਨੂੰ ਲੋਕਤੰਤਰ ਉੱਤੇ ਕੋਈ ਯਕੀਨ ਨਹੀਂ ਹੈਗਾ, ਇਹ ਸਰਕਾਰ ਫਾਸਿਸਟ ਸਰਕਾਰ ਹੈਗੀ, ਉਹਨਾਂ ਦਾ ਕਹਿਣਾ ਹੈਗਾ। ਸੋ ਇਸ ਤਰ੍ਹਾਂ ਦੀਆਂ ਆਵਾਜ਼ਾਂ ਬਹੁਤ ਆ ਰਹੀਆਂ ਹੈਗੀਆਂ ਨੇ। ਸਗੋਂ ਆਪਣੇ ਪੰਜਾਬ ਵਿੱਚੋਂ ਬਹੁਤ ਜ਼ਿਆਦਾ ਵੱਡੀ ਆਵਾਜ਼ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਨਾਲ ਖੜੀਆਂ ਹੋਈਆਂ ਨੇ ਜੀ। द आप स्पोक पर्सन है दिल्ली तो उन्होंने वालों भी कहा गया कि हाँ जो पत्रकारिता ते हमला किया जा रहा है उन्होंने वालों, हालांकि बयान इस करके दिता गया उसे कि सवेरे संजय कुमार के घर ED का छापा वजिया। संजय सिंह ने ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ, ਉਹਨਾਂ ਉੱਤੇ ਵੀ ਅੱਜ ਸਵੇਰੇ ED ਦਾ ਛਾਪਾ ਵੱਜਿਆ ਹੈਗਾ। ਉਹਦੇ ਵੀ ਮਾਮਲਾ ਉਹਨਾਂ ਦੀ ਆਮਦਨ ਦੀ ਜਾਇਦਾਦਾਂ ਦੇ ਨਾਲ ਹੀ ਸੰਬੰਧਿਤ ਹੈਗਾ। ਸੋ ਉਹਦੇ ਵਿੱਚ ਹੁਣ ਕੀ ਸੱਚ ਹੈ ਕਿ ਨਹੀਂ ਉਹ ਤਾਂ ਨਹੀਂ ਪਤਾ ਹੈਗਾ, ਉਹ ਤਾਂ ਹੁਣ ਇਨਕੁਆਇਰੀ ਤੋਂ ਬਾਅਦ ਪਤਾ ਲੱਗਦਾ ਵੀ ਇਹ ਕੀ ਸਬੂਤ ਲੈ ਕੇ ਆਉਂਦੇ ਨੇ। ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਸਾਰੇ ਜਿਹੜੇ ਇਸ ਤਰ੍ਹਾਂ ਦੇ ਛਾਪੇ ਆ ਉਹਦੇ ਬਾਰੇ ਸਰਕਾਰ ਖੁੱਲ੍ਹ ਕੇ ਦਲੀਲ ਦੇ ਨਹੀਂ ਸਕੀ ਹੈਗੀ। ਤੇ ਕਈ ਸਿੱਧੀ ਜੀ ਗੱਲ ਹੈ ਕਿ ਉਹ
ਉਹ ਸਿਆਸਤ ਤੋਂ ਪ੍ਰੇਰਿਤ ਹੁੰਦੇ ਹੈਗੇ ਨੇ। ਉਹ ਮੀਡੀਆ ਵਾਲਾ ਮਾਮਲਾ ਤਾਂ ਹੈ ਹੀ ਸਿਆਸਤ ਤੋਂ ਪ੍ਰੇਰਿਤ ਆ। ਸੰਜੇ ਸਿੰਘ ਵਾਲਾ ਇੱਕ ਵੱਖਰਾ ਮਾਮਲਾ ਹੈਗਾ, ਉਹ ਮਾਮਲਾ ਪੋਲੀਟੀਕਲੀ ਵੀ ਹੋ ਸਕਦਾ ਉਹਦੇ ਵਿੱਚ ਕੁਝ ਨਿਕਲ ਵੀ ਆਵੇ, ਪਰ ਇਹਦੇ ਵਿੱਚ ਤਾਂ ਜਿਹੜਾ ਨਿਕਲਣ ਦੀ ਗੱਲ ਦੂਰ ਹੈ, ਇਹਦੇ ਵਿੱਚ ਤਾਂ ਇੱਕ ਪ੍ਰੇਰਿਤ ਇਹੀ ਹੈ ਨਾ ਕਿ ਜੇ ਤੁਸੀਂ ਪੱਤਰਕਾਰਾਂ ਨੂੰ ਉਹਦੇ ਨਾਲ ਜੁੜੇ ਹੋਏ ਜਿਹੜੇ ਸਿਰਫ ਐਸੋਸੀਏਟ ਹੈਗੇ ਨੇ, ਜਿਹੜੇ ਕਿ ਨੌਕਰੀ ਵੀ ਨਹੀਂ ਕਰਦੇ, ਉਹਨਾਂ ਨੂੰ ਵੀ ਬੁਲਾ ਬੁਲਾ ਕੇ ਤੁਸੀਂ ਤੰਗ ਕਰ ਰਹੇ ਹੋ ਪੱਤਰਕਾਰਾਂ ਨੂੰ, ਤਾਂ ਤੁਹਾਡਾ ਦਿੱਕਤ ਤੁਹਾਡੀ ਪੱਤਰਕਾਰੀ ਦੇ ਨਾਲ ਹੈਗੀ ਹੈ, ਨਾ ਕਿ ਉਸ ਕੋਈ ਫੰਡਿੰਗ ਸੋ ਕਾਰਡ ਜਿਹੜੀ ਆਈ ਵੀ ਹੈ ਜਾਂ ਨਹੀਂ ਆਈ ਉਹਦੇ ਨਾਲ ਹੈਗੀ ਆ। ਸੋ ਬਾਕੀ ਜਿਹੜਾ ਫੰਡਿੰਗ ਦਾ ਵੀ ਮਾਮਲਾ ਮੈਂ ਕੱਲ ਪ੍ਰੋਗਰਾਮ ਦੱਸਿਆ ਸੀਗਾ ਵੀ ਉਹ ਵੀ ਜਿਹੜੀ ਹੋਈ ਆ ਪੂਰੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਹੀ ਅਕੋਰਡਿੰਗ ਜਿਹੜੀਆਂ ਸ਼ਰਤਾਂ ਦੇ ਥਰੂ ਹੋਈ ਆ, ਤੇ ਉਹ ਜਿਵੇਂ ਕਿ ਜਿੰਨਾ ਕੁ ਸਾਹਮਣੇ ਆ ਸਕਿਆ। ਅੱਜ ਅਦਾਰੇ ਨੇ ਨਿਊਜ਼ ਕਲਿੱਕ ਨੇ ਸਪੈਸ਼ਲ ਆਪਣੀ ਇੱਕ ਸਟੇਟਮੈਂਟ ਦਿੱਤੀ ਆ, ਉਹਦੇ ਵਿੱਚ ਵੀ ਉਹਨੇ ਇਹੀ ਗੱਲ ਆਖੀ ਹੈਗੀ ਹੈ ਜੀ। ਸ਼ਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਮਹਾਰਾਸ਼ਟਰ ਦੇ ਨਾਂਦੇੜ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ। ਇਹ ਖਬਰ ਇਹ ਹੈ ਕਿ ਜੋ ਉੱਥੇ ਦਾ ਸਰਕਾਰੀ ਹਸਪਤਾਲ ਹੈ ਸ਼ੰਕਰਰਾਓ ਚੌਹਾਨ ਹਸਪੀਟਲ, ਉਹਦੇ ਵਿੱਚ 30 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਤਾਂ ਪਹਿਲਾ ਮਾਮਲਾ ਸਾਹਮਣੇ ਆਉਂਦਾ ਕਿ 24 ਘੰਟੇ ਦੇ ਦੌਰਾਨ 24 ਮੌਤਾਂ ਹੋਈਆਂ ਨੇ, ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਅਗਲੇ ਜੋ 12 ਘੰਟੇ ਨੇ ਉਸ ਦੇ ਵਿੱਚ 7 ਮੌਤਾਂ ਹੋਰ ਹੋ ਜਾਂਦੀਆਂ ਨੇ। ਹਾਲਾਂਕਿ ਜੋ ਪ੍ਰਸ਼ਾਸਨ ਹੈ ਹਸਪੀਟਲ ਦਾ, ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਅਣਗਹਿਲੀ ਨਹੀਂ ਹੈ, ਜੋ ਮੌਤਾਂ ਆਮ ਵਾਂਗੂ ਹੋਈਆਂ ਨੇ, ਪਰ ਸਵਾਲ ਉੱਠ ਰਹੇ ਨੇ। ਇੱਕ ਔਰੰਗਾਬਾਦ ਤੋਂ ਵੀ ਆ ਗਈਆਂ ਮੇਰੇ ਖਿਆਲ, ਉਹਦੇ ਵਿੱਚ 24 ਘੰਟੇ 18 ਮੌਤਾਂ ਹੋ ਗਈਆਂ ਨੇ, ਤੇ ਇਹ ਜੇ 24 ਤੇ 7 ਹੋ ਗਈਆਂ, ਆਪਣੇ 31 ਮੌਤਾਂ ਇਹ ਹੋ ਚੁੱਕੀਆਂ ਹੈਗੀਆਂ ਨੇ। 31 ਇੱਕ ਹੋ ਗਈਆਂ ਤੇ 18 ਇੱਕ ਹੋ ਗਈਆਂ। ਇਹਦਾ ਮਤਲਬ ਕੀ ਹੈ ਕਿ ਕਹਾਣੀ ਨਾਰਮਲ ਨਹੀਂ ਹੁੰਦੀ ਹੈਗੀ, ਤਾਂ ਉਹ ਕਿਤੇ ਨਾ ਕਿਤੇ ਕੋਈ ਕਹਾਣੀ। ਸਾਨੂੰ ਯਾਦ ਹੈ ਕਿ ਯੂਪੀ ਦੇ ਵਿੱਚ ਇੱਕ ਵਾਰ ਇਦਾਂ ਦੀ ਘਟਨਾ ਹੋਈ ਸੀਗੀ, ਜੇ ਤੁਹਾਨੂੰ ਯਾਦ ਹੁੰਦਾ ਕਿ ਉੱਥੇ ਕਿੰਨੇ ਸਾਰੇ ਬੱਚਿਆਂ ਦੀ ਡੈਥ ਹੋ ਗਈ ਸੀਗੀ। ਉਹਦੇ ਵਿੱਚ ਉਹਨਾਂ ਨੇ ਕੀ ਹੈ ਕਿ ਉਹ ਜਿਹੜਾ ਸਿਸਟਮ 'ਚ ਖਰਾਬੀਆਂ ਸੀ, ਹਸਪੀਟਲ ਦੇ ਪ੍ਰਬੰਧਨ ਦੇ ਵਿੱਚ ਖਰਾਬੀਆਂ ਸੀਗੀਆਂ, ਆਕਸੀਜਨ ਵਗੈਰਾ ਜਾਂ ਹੋਰ ਚੀਜ਼ਾਂ ਸੀਗੀਆਂ, ਉਲਟਾ ਜਿਹੜਾ ਉਹਦੇ ਬਾਰੇ ਸੱਚ ਬੋਲਣ ਵਾਲਾ ਕਫੀਲ ਖਾਂ ਵਾ ਡਾਕਟਰ ਹੈ, ਉਸੇ ਨੂੰ ਹੀ ਬਿਨਾਂ ਮਤਲਬ ਤੋਂ ਵਿਚਾਰੇ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਜੇਲ੍ਹ ਸੁੱਟਿਆ ਗਿਆ। ਸੋ ਇਹ ਮਤਲਬ ਪ੍ਰਸ਼ਾਸਨ ਉੱਤੇ ਵੱਡਾ ਸਵਾਲ ਹੈਗਾ ਕਿ ਗਲਤੀ ਆਪਣੀ ਐਕਸੈਪਟ ਕਰਨੀ ਚਾਹੀਦੀ ਹੈ, ਦੇਖਣਾ ਚਾਹੀਦਾ ਕੀ ਕਹਾਣੀ ਹੈ, ਕਿਉਂਕਿ ਇੱਕਦਮ ਇੰਨੀਆਂ ਮੌਤਾਂ ਹੋ ਜਾਣੀਆਂ ਕੋਈ ਸਹਿਜ ਸੁਭਾਵਿਕ ਨਹੀਂ ਹੋ ਸਕਦਾ ਹੁੰਦਾ ਜੀ। ਤੇ ਨਾਂਦੇੜ ਹਸਪੀਟਲ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਜੋ 500 ਬੈੱਡ ਦੀ ਵਿਵਸਥਾ ਉੱਤੇ, ਪਰ 1200 ਦੇ ਕਰੀਬ ਜੋ ਮਰੀਜ਼ ਭਰਤੀ ਨੇ ਤੇ 70 ਤੇ ਕਾਫੀ। ਇਹ ਵੱਡੇ ਸਾਡੇ ਜਿਹੜੇ ਹਸਪੀਟਲ ਨੇ ਸਰਕਾਰੀ ਨਾ, ਉਹਨਾਂ ਦੇ ਵਿੱਚ ਦਿੱਕਤ ਰਹਿੰਦੀ ਆ, ਕਿਉਂਕਿ ਕੋਵਿਡ ਨੇ ਸਾਡੀ ਜਿਹੜੀ ਸਿਹਤ ਪ੍ਰਬੰਧ ਆ ਉਹਦਾ ਜਲੂਸ ਕੱਢ ਕੇ ਰੱਖ ਦਿੱਤਾ ਕਿ ਸਰਕਾਰੀ ਪ੍ਰਬੰਧ ਸਾਡਾ ਬਹੁਤ ਭੈੜਾ ਹੈਗਾ, ਉਹਦੇ ਵਿੱਚ ਰੱਖ ਰਖਾਓ ਦਾ, ਮਰੀਜ਼ਾਂ ਦੇ ਦਾ ਉਹ ਕੋਈ ਧਿਆਨ ਨਹੀਂ। ਬਹੁਤ ਸਾਰੇ ਇਹੋ ਜਿਹੇ ਵੀ ਨੇ ਜਿੱਥੇ ਜਦੋਂ ਤੁਸੀਂ ਦੇਖਣਾ ਵੀ ਹੜ੍ਹ ਆ ਗਏ ਸੀਗੇ, ਥੋੜਾ ਜਿਹਾ ਮੀਂਹ ਪੈਂਦਾ ਚੋਣ ਲੱਗ ਗਏ, ਹੜ੍ਹ ਨਹੀਂ ਆਏ, ਥੋੜਾ ਜਿਹਾ ਮੀਂਹ ਪੈ ਚੋਣ ਲੱਗ ਗਏ, ਥੱਲੇ ਪਾਣੀ ਵਗ ਰਿਹਾ, ਉੱਪਰ ਜਿਹੜਾ ਮਰੀਜ਼ ਪਿਆ ਹੈਗਾ। ਇਹ ਸਾਡੀ ਹਾਲਤ ਹੈਗੀ ਹੈ, ਕਿਉਂਕਿ ਉਹਦਾ ਕਾਰਨ ਕੀ ਹੈ ਕਿ ਸਰਕਾਰਾਂ ਨੇ ਸਿੱਖਿਆ ਉੱਤੇ ਤੇ ਸਿਹਤ ਉੱਤੇ ਬਿਲਕੁਲ ਵੀ ਪੈਸਾ ਨਹੀਂ ਲਾ ਰਹੀਆਂ ਹੈਗੀਆਂ। ਉਹ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਚੁੱਭ ਰਿਹਾ ਹੈਗਾ, ਉਹਨਾਂ ਨੂੰ ਲੱਗਦਾ ਕਿ ਹੋਰ ਚੀਜ਼ਾਂ ਉੱਤੇ ਪੈਸਾ ਲਾਇਆ ਜਾਵੇ, ਆਪਣਾ ਘਰ ਭਰਿਆ ਜਾਵੇ, ਆਪਣੀ ਸਿਆਸੀ ਪਾਰਟੀ ਨੂੰ ਤਕੜਾ ਕੀਤਾ ਜਾਵੇ, ਜਾਂ ਫਿਰ ਸੋ ਕਾਲਡ ਨੈਸ਼ਨਲਿਜ਼ਮ ਵਗੈਰਾ ਦੀ ਜਿਹੜੀ ਖੇਡ ਖੇਡਦੇ ਨੇ ਇਹ, ਉਹਦੇ ਵਿੱਚ ਫੌਜ ਉੱਤੇ ਪੈਸਾ ਲਾ ਦਿਓ, ਸੁਰੱਖਿਆ ਉੱਤੇ ਲਾ ਦਿਓ, ਉਹਦੇ ਵਿੱਚੋਂ 4 ਪੈਸੇ ਖਾਣ ਨੂੰ ਵੀ ਮਿਲ ਜਾਂਦੇ ਹੈਗੇ ਨੇ, ਲੇਕਿਨ ਜਿਹੜੀਆਂ ਲੋਕਾਂ ਦੀਆਂ ਮੂਲ ਲੋੜਾਂ ਨੇ ਉਹਨਾਂ ਦੇ ਉੱਤੇ ਪੈਸਾ ਨਹੀਂ ਲਾਇਆ ਜਾਂਦਾ। ਸ਼ਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਕੈਨੇਡਾ ਤੇ ਭਾਰਤ ਦਾ ਵਿਵਾਦ ਹੈ, ਉਸ ਤੇ ਗੱਲਬਾਤ ਕਰ ਲੈਂਦੇ ਹਾਂ। ਅਮਰੀਕਾ ਦਾ ਵੀ ਹੁਣ ਬਿਆਨ ਸਾਹਮਣੇ ਆਇਆ, ਵਾਈਟ ਹਾਊਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਭਾਰਤ ਉੱਤੇ ਜੋ ਇਲਜ਼ਾਮ ਲਗਾਏ ਗਏ ਨੇ ਕੈਨੇਡਾ ਵੱਲੋਂ ਕਾਫੀ ਜ਼ਿਆਦਾ ਗੰਭੀਰ ਨੇ, ਇਸ ਲਈ ਭਾਰਤ ਨੂੰ ਇਸ ਜਾਂਚ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਅਸਲ ਦੇ ਵਿੱਚ ਭਾਰਤ ਕਾਫੀ ਸਮੇਂ ਦਾ ਨਾ ਕੋਸ਼ਿਸ਼ ਕਰ ਰਿਹਾ ਸੀਗਾ ਕਿ ਸਾਨੂੰ ਅਮਰੀਕੀ ਸਪੋਰਟ ਮਿਲੇ। ਇੰਨੇ ਦਿਨਾਂ ਦਾ ਤਾਂ ਹੀ ਅਸੀਂ ਦੇਖਿਆ ਕਿ ਭਾਰਤ ਦਾ ਵਿਦੇਸ਼ ਮੰਤਰੀ ਉੱਥੇ ਬੈਠਾ ਹੋਇਆ ਸੀ, ਲੇਕਿਨ ਉਦੋਂ ਬਾਅਦ ਅਮਰੀਕਾ, ਉਹਦਾ ਕਾਰਨ ਹੈ ਕਿ ਜਿਹੜੀ ਇਨਫੋਰਮੇਸ਼ਨ ਅਮਰੀਕਾ ਨਹੀਂ ਦਿੱਤੀ ਹੈ, ਜੋ ਸੂਤਰ ਦੱਸ ਰਹੇ ਨੇ, ਖਬਰਾਂ ਆ ਰਹੀਆਂ ਨੇ, ਕੋਈ ਵਾਸ਼ਿੰਗਟਨ ਪੋਸਟ ਵਿੱਚ ਵੀ ਛਪ ਚੁੱਕੀ ਆ, ਉਹ ਜਿਹੜਾ ਹੈਗਾ ਕੈਨੇਡੀਅਨ ਅਖਬਾਰ ਵਿੱਚ ਵੀ ਛਪ ਚੁੱਕੀ ਹੈਗੀ ਆ। ਸੋ ਇਸ ਕਰਕੇ ਹੁਣ ਮਸਲਾ ਇਹ ਆ ਗਿਆ ਕਿ ਅਮਰੀਕਾ ਕਹਿ ਰਿਹਾ ਤੁਸੀਂ ਸਹਿਯੋਗ ਦੇਵੋ, ਤੇ ਇਹ ਭਾਰਤ ਫਸ ਗਿਆ ਕਿ ਭਾਰਤ ਦੀ ਦਿੱਕਤ ਇਹ ਹੈ ਕਿ ਅਮਰੀਕਾ ਦੀ ਸਪੋਰਟ ਨਹੀਂ ਭਾਰਤ ਨੂੰ ਮਿਲ ਰਹੀ ਜੇ ਸਹੀ ਅਰਥਾਂ ਦੇ ਵਿੱਚ। ਉੱਥੇ ਵਿਦੇਸ਼ ਮੰਤਰੀ ਦੀ ਟੋਨ ਵੀ ਬਦਲੀ ਹੋਈ ਸੀਗੀ ਕਿ ਹਾਂ ਜੀ ਅਸੀਂ ਸਹਿਯੋਗ ਕਰਨ ਨੂੰ ਤਿਆਰ ਹਾਂ, ਫਲਾਨਾ, ਪਰ ਬਲਾ ਚੀਜ਼ਾਂ ਸਾਡੀਆਂ ਸ਼ਰਤਾਂ ਨੇ। ਕੂਟਨੀਤਿਕ ਤੌਰ ਤੇ ਭਾਰਤ ਘਿਰ ਚੁੱਕਾ ਹੈਗਾ, ਅੱਗੇ ਕੀ ਹੋਊਗਾ ਪਤਾ ਨਹੀਂ, ਪਰ ਕੂਟਨੀਤਿਕ ਤੌਰ ਤੇ ਭਾਰਤ ਦਾ ਝੁਕਿਆ ਹੋਣਾ ਸਾਨੂੰ ਦਿਖ ਰਿਹਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਦੀ ਗੱਲ ਕਰੀਏ ਐਸ ਜਯਸ਼ੰਕਰ ਦੀ, ਤਾਂ ਉਹਨਾਂ ਵੱਲੋਂ ਜੋ ਕੈਨੇਡਾ ਦੇ 41 ਡਿਪਲੋਮੈਟਸ ਨੇ ਉਹਨਾਂ ਨੂੰ ਵੀ 10 ਅਕਤੂਬਰ ਤੱਕ ਇੱਥੇ ਜਾਣ ਨੂੰ ਕਹਿ ਦਿੱਤਾ ਗਿਆ, ਤੇ ਕਿ ਉਹਨਾਂ ਦਾ ਕਹਿਣਾ ਕਿ ਜੋ ਵਿਆਨਾ ਕਨਵੈਨਸ਼ਨ ਹੋਈ ਹੈ ਉਸ ਦੇ ਅਕੋਰਡਿੰਗ ਜੋ ਡਿਪਲੋਮੈਟਸ ਨੇ ਉਹਨਾਂ ਦੀ ਜੋ ਸੰਖਿਆ ਸੇਮ ਰਹਿਣੀ ਚਾਹੀਦੀ ਹੈ ਦੋਨਾਂ ਮੁਲਕਾਂ ਦੇ ਵਿੱਚ। ਇਹ ਤਾਂ ਅਸਲ 'ਚ ਇਹਨਾਂ ਦਾ ਪੁਰਾਣਾ ਬਿਆਨ ਸੀ ਆ ਕੁਝ ਦਿਨ ਪਹਿਲਾਂ, ਜਦੋਂ ਇਹਨਾਂ ਦੇ ਰਿਲੇਸ਼ਨ ਖਰਾਬ ਹੋਏ ਸੀ ਨਾ, ਵੀ ਭਾਰਤ ਵਿੱਚ ਜਿਹੜੇ ਕੈਨੇਡਾ ਦੇ ਡਿਪਲੋਮੈਟ ਨੇ ਜ਼ਿਆਦਾ ਨੇ, ਉਹਨਾਂ ਨੂੰ ਜਿਹੜਾ ਹੈਗਾ ਸੀ ਸਾਡੇ ਉਧਰ ਘੱਟ ਹੈਗੇ ਨੇ, ਤੇ ਇਸ ਕਰਕੇ
ਇਹਨਾਂ ਨੂੰ ਵਿਹਲੇ ਕਰਨਾ ਚਾਹੀਦਾ ਹੈਗਾ, ਜਾਣਾ ਚਾਹੀਦਾ ਹੈਗਾ, ਉਹਨੂੰ ਬਸ ਤੁਸੀਂ ਕਹਿ ਸਕਦੇ ਹੋ ਵੀ ਇਹ ਸਿਰਫ ਇਹਨਾਂ ਨੇ ਅਮਲੀ ਰੂਪ ਦਿੱਤਾ ਹੈਗਾ। ਜਿਹੜਾ 10 ਤਰੀਕ ਤੱਕ ਦਾ ਜਿਹੜਾ ਇੱਕ ਅਲਟੀਮੇਟਮ ਦਿੱਤਾ, ਉਹ ਇੱਕ ਅਮਲੀ ਰੂਪ ਦਿੱਤਾ। ਅਦਰਵਾਈਜ਼ ਜੇ ਬਿਆਨ ਪਹਿਲਾਂ ਆ ਗਿਆ, ਬਹੁਤ ਸਾਰੇ ਸਾਡੇ ਕੈਨੇਡਾ 'ਚ ਬੈਠੇ ਹੋਏ ਦੋਸਤ ਵੀ ਤੇ ਇੱਧਰ ਇੰਡੀਆ ਰਹਿੰਦੇ ਵੀ, ਪੰਜਾਬ ਰਹਿੰਦੇ ਵੀ, ਉਹ ਸਮਝਦੇ ਨੇ ਵੀ ਨਵੀਂ ਕਾਰਵਾਈ ਹੈ। ਭਾਰਤ ਸਰਕਾਰ ਦੀ ਨਵੀਂ ਕਾਰਵਾਈ ਨਹੀਂ ਹੈਗੀ, ਇਹ ਪੁਰਾਣੀ ਕਾਰਵਾਈ ਕਹੀ ਹੋਈ ਨੂੰ ਸਿਰਫ ਅਮਲ ਵਿੱਚ ਲਿਆਂਦਾ ਗਿਆ ਹੈਗਾ। ਇਹ ਕੋਈ ਇੱਕਦਮ ਨਵਾਂ ਸੋਚਿਆ ਸਮਝਿਆ ਫੈਸਲਾ ਨਹੀਂ ਹੈਗਾ। ਕਈ ਦਿਨ ਪਹਿਲਾਂ ਜਦੋਂ ਇਹਨਾਂ ਦੇ ਸੰਬੰਧ ਖਰਾਬ ਹੋ ਗਏ ਸੀ, ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਸੀ, ਉਸੇ ਵੇਲੇ ਭਾਰਤ ਸਰਕਾਰ ਨੇ ਇਹ ਬਿਆਨ ਦਿੱਤਾ ਸੀਗਾ, ਜੋ ਕਿ ਜ਼ਰੂਰ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਕਰੇਗਾ। ਇਹਦੇ ਵਿੱਚ ਕੋਈ ਦਮ ਨਹੀਂ। ਸ਼ਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਤ੍ਰਿਣਮੂਲ ਕਾਂਗਰਸ ਦੀ ਗੱਲ ਕਰ ਲੈਂਦੇ ਹਾਂ। ਬੀਤੇ ਦਿਨੀ ਜੋ ਤ੍ਰਿਣਮੂਲ ਕਾਂਗਰਸ ਦੇ ਨੇਤਾ ਨੇ, ਉਹਨਾਂ ਵੱਲੋਂ ਦਿੱਲੀ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਸੀ, ਕਿਉਂਕਿ ਜੋ ਕੇਂਦਰ ਸਰਕਾਰ ਹੈ ਉਹਨਾਂ ਵੱਲੋਂ ਫੰਡ ਜਾਰੀ ਨਹੀਂ ਕੀਤੇ ਜਾ ਰਹੇ। ਤੇ ਇਸ ਵਿਚਕਾਰ ਜੋ ਉੱਥੇ ਦੇ ਨੇਤਾ ਸੀਗੇ ਜੀ, ਮਮਤਾ ਬੈਨਰਜੀ ਦੇ ਭਤੀਜੇ ਸੀ ਜਿਹੜੇ ਅਭਿਸ਼ੇਕ ਬੈਨਰਜੀ, ਉਹ ਵੀ ਉੱਥੇ ਸੀ। ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਾਰਨ ਕੀ ਸੀ ਕਿ ਉਹ ਲਗਭਗ ਜਿਹੜੇ ਨਾ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਹੁੰਦਾ ਹੈਗਾ ਵੀ ਪੈਸਾ ਵਾ ਜਿਹੜਾ ਸੂਬੇ ਦਾ ਉਹਨੂੰ ਨਹੀਂ ਮਿਲ ਰਿਹਾ, ਜਿਵੇਂ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਨਹੀਂ ਮਿਲਦਾ ਹੈਗਾ, ਉਸੇ ਤਰ੍ਹਾਂ ਬੰਗਾਲ ਦਾ ਵੀ ਕਾਫੀ ਸਾਰਾ ਫੰਡ ਬੰਗਾਲ ਸਰਕਾਰ ਦਾ ਦੋਸ਼ ਹੈ ਕਿ ਮੱਲੀ ਬੈਠੀ ਹੈਗੀ ਆ, ਉਹ ਦਿੰਦੇ ਨਹੀਂ ਹੈਗੇ। ਉਹਨੂੰ ਲੈਣ ਲਈ ਦਿੱਲੀ ਦੇ ਵਿੱਚ ਉਹਨਾਂ ਦੇ ਕੇਂਦਰੀ ਮੰਤਰੀ ਜੋ ਮੁਤਲਕਾ ਮਹਿਕਮੇ ਦੇ ਮੰਤਰੀ ਸੀ, ਉਹਨਾਂ ਦੇ ਘਰ ਦੇ ਮੂਹਰੇ ਜਾਂ ਉਹਨਾਂ ਦੇ ਜਿਹੜਾ ਹੈਗਾ ਰਿਹਾਇਸ਼ ਮੂਹਰੇ ਜਾਂ ਉਹਨਾਂ ਦਾ ਜਿਹੜਾ ਟਿਕਾਣਾ ਹੈਗਾ, ਉੱਥੇ ਉਹ ਪ੍ਰੋਟੈਸਟ ਕਰ ਰਹੇ ਸੀ। ਉਸ ਤਰ੍ਹਾਂ ਉਹਨਾਂ ਨੂੰ ਫੜਿਆ ਗਿਆ। TMC ਦੇ ਕੁਝ ਹੋਰ ਨੇਤਾਵਾਂ ਨੂੰ ਵੀ ਫੜਿਆ ਗਿਆ। ਇਹ ਸਿੱਧੀ ਜਿਹੜੀ ਜੰਗ ਸਿੱਧੀ ਜਿਹੜੀ ਹੁਣ ਚੱਲਣ ਲੱਗੀ ਆ, ਇਹਦੇ ਵਿੱਚ ਜ਼ਿਆਦਾਤਰ ਮਮਤਾ ਨੂੰ ਸਹਾਰਾ ਮਿਲ ਸਕਦਾ, ਕਿਉਂਕਿ ਹੋਰ ਬਹੁਤ ਸਾਰੇ ਸਟੇਟ ਨੇ। ਤੁਸੀਂ ਦੇਖੋਗੇ ਸੱਚ ਜਾਣੋ ਤਾਂ BJP ਦੇ ਵਾਲੇ ਵੀ ਸਟੇਟ ਨੇ ਜਿੱਥੇ ਉਸ ਤਰ੍ਹਾਂ ਪੈਸਾ ਨਹੀਂ ਜਾ ਰਿਹਾ, ਪਰ ਉਹ ਬੋਲਦੇ ਨਹੀਂ ਕਿਉਂਕਿ ਉਹਨਾਂ ਦੀ ਪਾਰਟੀ ਦਾ ਮਾਮਲਾ, ਉਹਨਾਂ ਨੂੰ ਡਰ ਆ ਮੋਦੀ ਸ਼ਾਹ ਦਾ। ਹਾਲਾਂਕਿ ਦੂਜੀਆਂ ਸਰਕਾਰਾਂ ਵੇਲੇ ਹੁੰਦਾ ਸੀ ਕਿ ਜੇ ਕੇਂਦਰ 'ਚ ਆਪਣੀ ਹੀ ਪਾਰਟੀ ਹੋਵੇ ਪੈਸਾ ਨਾ ਦਿੰਦੇ ਤਾਂ ਬੋਲ ਪੈਂਦੇ ਸੀਗੇ ਜੀ ਸਾਨੂੰ ਪੈਸਾ ਦਿੰਦੇ ਨਹੀਂ। ਹੁਣ ਸਾਹ ਕੱਢਣ ਦੀ ਹਿੰਮਤ ਨਹੀਂ। ਸਾਹ ਸਿਰਫ ਉਹੀ ਸਟੇਟਾਂ ਕੱਢ ਰਹੀਆਂ ਨੇ ਜਿੱਥੇ ਐਂਟੀ BJP ਸਰਕਾਰ ਬਣੀ ਹੋਈ ਹੈਗੀ ਆ, BJP ਤੋਂ ਵੱਖਰੀ ਕੋਈ ਸਰਕਾਰ ਹੈਗੀ ਆ। ਲੇਕਿਨ ਉਹਦੇ ਵਿੱਚੋਂ ਵੀ ਕੁਝ ਸਟੇਟਾਂ ਜਿਹੜੀਆਂ ਫਿਰ ਹਾਲੇ ਥੋੜਾ ਜਿਹਾ ਦਬਦੀਆਂ ਨੇ, ਕੁਝ ਸਿੱਧਾ ਅਗਰੈਸਿਵ ਹੋ ਕੇ ਚੱਲਦੀਆਂ ਨੇ। ਅਗਰੈਸਿਵ ਹੋਣ ਵਾਲੀ ਮੁਦਰਾ ਵਿੱਚ ਸਾਨੂੰ ਮਮਤਾ ਬੈਨਰਜੀ ਦਿਖਾਈ ਦਿੰਦੀ ਹੈ ਜੀ। ਸ਼ਿਵਿੰਦਰ ਜੀ, TMC ਜੋ ਨੇਤਾ ਹਿਰਾਸਤ ਦੇ ਵਿੱਚ ਲਏ ਗਏ, ਉਹਨਾਂ ਵੱਲੋਂ ਵੀ ਦੋਸ਼ ਲਗਾਇਆ ਗਿਆ ਕਿ ਉਹਦੇ ਮੋਬਾਈਲ ਫੋਨ ਤੱਕ ਜ਼ਬਤ ਕੀਤੇ ਗਏ ਨੇ। ਅਜਿਹੀ ਕਾਰਵਾਈਆਂ ਕਾਫੀ ਹੋ ਰਹੀਆਂ ਨੇ। ਉਹਦਾ ਕਾਰਨ ਇਹ ਹੈ ਕਿ ਜੇ ਉਹਨਾਂ ਨੂੰ ਅੰਦਰ ਲੈ ਲਿਆ ਸੀ ਹਿਰਾਸਤ ਵਿੱਚ, ਉਹਦਾ ਲੌਜਿਕ ਇਹਨਾਂ ਕੋਲ ਹੁੰਦਾ ਜੀ ਅਸੀਂ ਅੰਦਰ ਲਿਆ ਤਾਂ ਕਰਕੇ ਇਹਨਾਂ ਨੂੰ, ਪਰ ਉਹ ਉਂਝ ਇਸ ਲਈ ਗਲਤ ਹੈ ਕਿਉਂਕਿ ਇਹ ਜਿਹੜਾ ਅੱਜ ਕੱਲ੍ਹ ਫੋਨ ਆਪਣਾ, ਇਹ ਆਪਣਾ ਨਿੱਜੀ ਚੀਜ਼ ਬਣ ਚੁੱਕਾ ਹੈਗਾ। ਇਹਦੇ ਵਿੱਚ ਤੁਹਾਡਾ ਬਹੁਤ ਕੁਛ, ਤੁਹਾਡੀ ਨਿੱਜਤਾ ਦਾ ਸਵਾਲ ਵੀ ਆ ਜਾਂਦਾ। ਪਰ ਮਸਲਾ ਉਰੇ ਆ ਜਾਂਦਾ ਕਿ ਜਦੋਂ ਸਰਕਾਰੀ ਤੌਰ ਤੇ ਦੇਖਿਆ ਜਾਂਦਾ ਤੇ ਸਰਕਾਰ ਨੂੰ ਨਾ ਤਾਂ ਨਿੱਜਤਾ, ਲੋਕਤੰਤਰ, ਡੈਮੋਕ੍ਰੇਸੀ, ਇਹ ਸਵਾਲਾਂ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਕਾਂਗਰਸ ਨੇਤਾ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਗੱਲ ਕਰ ਲੈਂਦੇ ਹਾਂ, ਜੋ ਕਿ ਅੱਜ ਕੱਲ੍ਹ ਕਾਫੀ ਦੌਰਿਆਂ ਤੇ ਰਹਿੰਦੇ ਨੇ। ਹੁਣੇ ਬੀਤੇ ਦਿਨੇ ਅੰਮ੍ਰਿਤਸਰ ਦੇ 2 ਦਿਨਾਂ ਦੌਰੇ ਤੇ ਰਹੇ ਨੇ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਹਨਾਂ ਵੱਲੋਂ ਤੇ ਸੇਵਾ ਵੀ ਕੀਤੀ ਗਈ ਆ ਉੱਥੇ। ਦੇਖਣ ਨੂੰ ਕੋਈ ਪੋਲੀਟੀਕਲ ਦੌਰਾ ਨਹੀਂ ਸੀ ਉਹਨਾਂ ਦਾ। ਉਹ ਦਰਬਾਰ ਸਾਹਿਬ ਅੰਮ੍ਰਿਤਸਰ ਆਏ ਨੇ, ਮੱਥਾ ਟੇਕਿਆ, ਸੇਵਾ ਕੀਤੀ ਆ, ਲੰਗਰ ਛਕਿਆ, ਲੰਗਰ ਵਰਤਾਇਆ, ਭਾਂਡੇ ਮਾਂਜੇ ਨੇ ਤੇ ਜੋੜੇ ਸਾਫ਼ ਕੀਤੇ ਨੇ, ਲੋਕਾਂ ਨੂੰ ਮਿਲੇ ਨੇ ਤੇ ਕੋਈ ਬਹੁਤਾ ਸੁਰੱਖਿਆ ਵਾਲਾ ਤਾਮਝਾਮ ਵੀ ਨਹੀਂ ਸੀਗਾ। ਇਹਨੂੰ ਏਦਾਂ ਦੇਖਿਆ ਜਾ ਸਕਦਾ ਹੈ, ਇਹ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਆਏ ਸੀਗੇ, ਏਦਾਂ ਹੀ ਨਾਰਮਲੀ ਇੱਕਦਮ ਆਏ ਤੇ ਆ ਕੇ ਕੀਰਤਨ ਸੁਣੇ ਆ ਤੇ ਚਲਿਆ ਗਿਆ। ਤੇ ਆਮ ਤੌਰ ਉੱਤੇ ਨਾਰਮਲ ਦੌਰਾ ਸੀ, ਸਿਆਸੀ ਮੰਤਵ ਹੈ ਨਹੀਂ ਸੀ ਕੋਈ। ਪਰ ਕੋਈ ਵੀ ਪੋਲੀਟੀਕਲ ਲੀਡਰ ਜਦੋਂ ਕੋਈ ਦੌਰਾ ਕਰਦਾ ਉਹਦੇ ਪਿੱਛੇ ਸਿਆਸਤ ਵੀ ਲੁਕੀ ਹੁੰਦੀ ਹੈਗੀ ਆ, ਨਾ ਚਾਹੁੰਦੇ ਹੋਏ ਵੀ ਲੁਕੀ ਹੁੰਦੀ ਹੈਗੀ ਆ। ਇਹਦੇ ਵਿੱਚ ਸਿਆਸਤ, ਕੁਝ ਲੋਕ ਤਾਂ ਇਹਨੂੰ ਆਏ ਦੇਖ ਰਹੇ ਨੇ ਵੀ ਇੱਥੋਂ ਤੱਕ ਸੀਮਿਤ ਕਰਕੇ ਜਿਹਦੀ ਦਾਦੀ ਨੇ ਸਿੱਖਾਂ ਦੇ ਜ਼ੁਲਮ ਕੀਤੇ ਸੀ ਮਾਫੀ ਮੰਗਣ ਆਇਆ, ਆਏ ਨਹੀਂ ਹੈਗਾ। ਉਹਦੀ ਦਾਦੀ ਨਾਲੋਂ ਵੱਖਰਾ ਨਜ਼ਰੀਆ ਉਹ ਜ਼ਰੂਰ ਰੱਖਦਾ ਹੈਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਇੱਕ ਤਾਂ ਇਹੀ ਹੈ ਵੀ ਕਿਤੇ ਨਾ ਕਿਤੇ ਉਹ ਇਸ ਨਾਲ ਹੀ ਪ੍ਰਭਾਵ ਮਿਲਿਆ ਸਿੱਖ ਭਾਈਚਾਰੇ ਵਿੱਚ ਇੱਕ ਹਿੱਸੇ ਨੂੰ ਕਿ ਨਹੀਂ ਇਹ ਜਿਹੜਾ ਹੈਗਾ ਕਾਫੀ ਲਿਬਰਲ ਆ, ਜਿਹੜੀ ਗਾਂਧੀ ਪਰਿਵਾਰ ਦੇ ਬਾਰੇ ਸ਼ਾਖ ਬਣੀ ਹੋਈ ਹੈ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਦੇ ਵਿੱਚ, ਉਹਨੂੰ ਥੋੜਾ ਜਿਹਾ ਉਹ ਠੀਕ ਕਰਨ ਦੀ ਕੋਸ਼ਿਸ਼ ਹੋ ਗਈ ਉਹਦੇ ਵੱਲੋਂ, ਜੋ ਉਹਨੇ ਸੁਚੇਤ ਰੂਪ ਨਾ ਵੀ ਕੀਤੀ ਹੋਵੇ ਪਰ ਇੱਕ ਪ੍ਰਭਾਵ ਗਿਆ ਹੈਗਾ। ਦੂਜੀ ਚੀਜ਼ ਜਿਹੜੀ ਸੁਚੇਤ ਰੂਪ 'ਚ ਮੈਨੂੰ ਲੱਗਦੀ ਹੈ ਕਿਉਂਕਿ ਉਹ ਹੈਗਾ ਸਿਆਸਤ, ਕਿਉਂਕਿ BJP ਦਾ ਜਿਹੜਾ ਹਿੰਦੂਤਵ ਹੈ ਦੀ ਸਿਆਸਤ ਆ ਉਹਨੂੰ ਕਾਟ ਪਹਿਲਾਂ ਤਾਂ ਕਾਂਗਰਸ ਪਾਰਟੀ ਵੀ ਤੇ ਰਾਹੁਲ ਗਾਂਧੀ ਮੰਦਰਾਂ ਵਿੱਚ ਜਾ ਕੇ ਦਿੰਦੇ ਰਹੇ ਨੇ, ਸੌਫਟ ਹਿੰਦੂਤਵ ਦੇ ਨਾਲ ਦਿੰਦੇ ਰਹੇ ਨੇ। ਹੁਣ ਸੌਫਟ ਹਿੰਦੂਤਵ ਦੀ ਉਨੀ ਛਾਰ ਹੋ ਗਈ। ਸੌਫਟ ਹਿੰਦੂਤਵ ਜੇ ਤੁਸੀਂ ਹਾਰਡ ਹਿੰਦੂਤਵ ਨਾਲ ਸੌਫਟ ਹਿੰਦੂਤਵ ਵੀ ਬਣ ਕੇ ਲੜੋਗੇ ਨਹੀਂ ਲੜਾਈ ਜਿੱਤ ਸਕਦੇ ਹੈਗੇ। ਉਹਦਾ ਜਿੱਤਣ ਦਾ ਕਾਰਨ ਫਿਰ ਉਹਨਾਂ ਨੇ ਦੇਖਿਆ ਵੀ ਜੋ ਆਪਾਂ ਵੀ ਇਸ ਮੰਚ ਤੋਂ ਬਾਰ-ਬਾਰ ਗੱਲ ਕਰਦੇ ਹਾਂ ਕਿ ਉਸ ਹਿੰਦੂਤਵ ਦੀ ਕਾਟ ਕਿੱਧਰ ਹੋ ਸਕਦੀ ਹੈਗੀ ਆ। ਉਹਦੇ ਵਿੱਚ ਵੀ ਜਿਹੜੀਆਂ ਤਾਕਤਾਂ ਨੇ
ਜਾਂ ਜਿਹੜੀਆਂ ਧਿਰਾਂ ਨੇ ਭਾਰਤ ਦੀਆਂ, ਉਹ ਉਸ ਹਿੰਦੂਤਵ ਨੂੰ ਨਹੀਂ ਸਵੀਕਾਰ ਕਰਦੀਆਂ। ਉਹਦੇ ਵਿੱਚ ਭਾਈਚਾਰਿਆਂ 'ਚ ਧਰਮਾਂ ਦੇ ਵਿੱਚੋਂ ਮੁਸਲਿਮ ਨੇ, ਸਿੱਖ ਨੇ, ਕ੍ਰਿਸਚਨ ਹੈਗੇ ਨੇ, ਜਾਤਾਂ ਵਿੱਚੋਂ ਜਿਹੜਾ ਦਲਿਤ ਹੈ, OBC ਵਗੈਰਾ ਵੀ ਲਾ ਲਓ, ਆਦੀਵਾਸੀ ਲਾ ਲਓ, ਹੈ ਨਾ, ਇਹ ਨੇ ਇਲਾਕਿਆਂ ਦੇ ਵਿੱਚੋਂ ਪੰਜਾਬ ਹੋ ਗਿਆ, ਕਸ਼ਮੀਰ ਹੋ ਗਿਆ, ਤੁਹਾਡਾ ਦੱਖਣ ਦੀਆਂ ਸਟੇਟਾਂ ਹੋ ਗਈਆਂ, ਨਾਰਥ ਈਸਟ ਦੀ ਕੁਝ ਸਟੇਟ ਹੋ ਗਏ, ਉਹ ਹੈਗੇ ਨੇ। ਹੁਣ ਉਹਨਾਂ ਨੂੰ ਹੀ ਰਾਹੁਲ ਗਾਂਧੀ ਜਿਹੜਾ ਟਾਰਗੇਟ ਕਰ ਰਹੇ ਹੈਗੇ ਨੇ ਵੀ ਉਹ ਭਾਈਚਾਰਿਆਂ ਨਾਲ ਆਪਣਾ ਜਿਹੜਾ ਹੈਗਾ ਸੰਵਾਦ ਰਚਾਇਆ ਜਾਵੇ। ਮੈਂ ਇਹਨੂੰ ਇਸ ਦਿਸ਼ਾ ਵਜੋਂ ਦੇਖਦਾ ਉਹਦਾ ਦਰਬਾਰ ਸਾਹਿਬ ਜਾਣਾ। ਜੀ, ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੋ ਨੇਤਾ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਵਿਰੋਧ ਵੀ ਕੀਤਾ ਜਾ ਰਿਹਾ ਹੈ। ਕਰੇ ਜਾਣ, ਪਰ ਹੁਣ ਮਸਲਾ ਇਹ ਹੈਗਾ ਕਿ ਜਦੋਂ ਹੁਣ ਜੇਕਰ ਵਿਰੋਧ ਦਾ ਇਹੀ ਢੰਗ ਹੈ ਵੀ ਜੀ ਦਰਬਾਰ ਸਾਹਿਬ ਤੇ ਅਟੈਕ ਇੰਦਰਾ ਗਾਂਧੀ ਨੇ ਕਰਾਇਆ, ਜਾਂ ਫਿਰ ਦਰਬਾਰ ਵੀ 84 ਦਾ ਸਿੱਖ ਕਤਲੇਆਮ ਇਹਦੇ ਪਿਤਾ ਨੇ ਕਰਾਇਆ, ਫਿਰ ਅਕਾਲੀ ਦਲ ਵੱਲ ਵੀ ਸਵਾਲ ਆਉਣਗੇ ਵੀ ਹਾਂ ਕਰਾਇਆ ਇੰਦਰਾ ਗਾਂਧੀ ਨੇ ਕਰਾਇਆ। ਪਰ ਇਹ ਵੀ ਸਵਾਲ ਹੈ ਕਿ ਸਵਾਲ ਉੱਠਦੇ ਰਹੇ ਨੇ ਵੀ ਬਹੁਤ ਸਾਰੇ ਅਕਾਲੀ ਲੀਡਰਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਵੀ ਤੁਸੀਂ ਦਰਬਾਰ ਸਾਹਿਬ ਦੇ ਵਿੱਚੋਂ ਭਿੰਡਰਾਂਵਾਲੇ ਨੂੰ ਕੱਢੋ। ਇਹ ਤਾਂ ਫਿਰ ਅਕਾਲੀ ਦਲ ਤੇ ਵੀ ਸਵਾਲ ਹੈ। ਅਕਾਲੀ ਦਲ ਦੇ ਉੱਤੇ ਵੀ ਸਵਾਲ ਉੱਠਦੇ ਕਿ ਇੰਨੇ ਸਾਲ ਤੁਹਾਡੀ BJP ਨਾਲ ਆੜੀ ਹੋ ਗਈ, ਤੇ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀ ਤਾਂ BJP ਦੇ ਹਰਬੰਸ ਲਾਲ ਖੰਨਾ ਨੇ ਤੋੜਿਆ ਸੀਗਾ, ਤੁਸੀਂ ਕਿਉਂ ਆੜੀ ਰੱਖੀ? ਫਿਰ 84 ਦੇ ਸਿੱਖ ਕਤਲੇਆਮ ਦੀ ਵੀ ਗੱਲ, ਹਾਲੇ ਦਰਬਾਰ ਸਾਹਿਬ ਦੇ ਅਟੈਕ ਦੀ ਗੱਲ ਕਰ ਲੈਂਦੇ ਆ। ਅਡਵਾਨੀ ਤੇ ਵਾਜਪੇਈ ਨੇ ਪ੍ਰੋਟੈਸਟ ਕੀਤਾ ਵੀ ਭਿੰਡਰਾਂਵਾਲੇ ਨੂੰ ਕੱਢਿਆ ਜਾਵੇ, ਦਰਬਾਰ ਸਾਹਿਬ ਤੇ ਫੌਜ ਭੇਜੀ ਜਾਵੇ। ਇਹ ਤਾਂ ਅਡਵਾਨੀ ਆਪਣੀ ਜਿਹੜੀ ਕਿਤਾਬ ਮਾਈ ਕੰਟਰੀ ਮਾਈ ਲਾਈਫ 'ਚ ਲਿਖਦਾ, ਤੇ ਉਸ ਸਮੇਂ ਅਕਾਲੀ ਦਲ ਨੇ ਜੱਫੀਆਂ ਪਾਈਆਂ ਹੋਈਆਂ ਸੀ ਇਹਨਾਂ ਦੇ ਨਾਲ। ਅੱਛਾ, ਇਹੀ ਇਸੇ ਤਰ੍ਹਾਂ ਦਾ 84 ਦੇ ਕਤਲੇਆਮ ਦੀ ਗੱਲ ਕਰ ਲਓ, ਬਿਲਕੁਲ ਰਾਜੀਵ ਗਾਂਧੀ ਨੇ ਕਰਵਾਇਆ, ਉਹ ਕਾਂਗਰਸੀਆਂ ਦੀ ਸਰਪ੍ਰਸਤੀ ਵਿੱਚ ਹੋਇਆ, ਤੇ ਕਾਂਗਰਸੀ ਲੀਡਰ ਉੱਥੇ ਦੇਖੇ ਗਏ ਨੇ। ਰਾਜੀਵ ਗਾਂਧੀ ਦੀ ਸਟੇਟਮੈਂਟ ਹੈ ਕਿ ਜਦੋਂ ਭਾਰੀ ਦਰਖਤ ਡਿੱਗਦਾ ਤਾਂ ਧਰਤੀ ਕੰਬਦੀ ਆ। ਪਰ ਇਹ ਵੀ ਸੱਚ ਹੈ ਕਿ ਜਦੋਂ ਇਹ 84 ਦਾ ਕਤਲੇਆਮ ਹੋਇਆ, BJP ਦੇ ਬਹੁਤ ਸਾਰੇ, RSS ਦੇ ਬਹੁਤ ਸਾਰੇ ਲੀਡਰਾਂ ਨੇ, ਜਿਹੜੇ ਲੀਡਰ ਸ਼ਾਮਲ ਸੀ ਇਸ ਕਤਲੇਆਮ ਦੇ ਵਿੱਚ, ਉਹਨਾਂ ਦੇ ਵਿਰੁੱਧ FIR ਜਿਹੜੀਆਂ ਦਿੱਲੀ ਦੇ ਬਹੁਤ ਸਾਰੇ ਥਾਣਿਆਂ ਵਿੱਚ ਪਈਆਂ ਹੈਗੀਆਂ ਨੇ। ਬਹੁਤ ਸਾਰੇ ਥਾਣਿਆਂ 'ਚ ਹੀ ਨਹੀਂ ਪਈਆਂ, ਸਮੇਂ-ਸਮੇਂ ਤੇ ਜਸਟੀਫਾਈ ਕੀਤਾ। ਜਿਹੜੇ ਨਾਨਾ ਜੀ ਦੇਸ਼ਮੁਖ ਹੈ, ਉਹ ਨਾਨਾ ਜੀ ਦੇਸ਼ਮੁਖ ਨੂੰ ਭਾਰਤ ਸਰਕਾਰ ਨੇ, ਮੋਦੀ ਸਰਕਾਰ ਨੇ ਭਾਰਤ ਰਤਨ ਦਿੱਤਾ ਹੈਗਾ, ਉਹਨੂੰ ਜਸਟੀਫਾਈ ਕਰਦਾ 84 ਦੇ ਕਤਲੇਆਮ ਨੂੰ ਵੀ, ਜਾਂ 84 ਦੀ ਘਟਨਾਵਾਂ ਨੂੰ ਵੀ। ਅਕਾਲੀ ਦਲ ਨੇ ਉਦੋਂ ਤੱਕ ਗੱਠਜੋੜ ਕੀਤਾ ਰਿਹਾ। ਸੋ ਅਕਾਲੀ ਦਲ ਨੂੰ ਤਾਂ ਹੋਰ ਸਵਾਲ ਹੈਗੇ ਨੇ, ਜ਼ਿਆਦਾ ਸਵਾਲ ਨੇ ਅਕਾਲੀ ਦਲ ਨੂੰ ਤੇ ਇਸ ਮੁੱਦੇ ਉੱਤੇ। ਸ਼ਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਬੀਤੇ ਦਿਨ ਉੱਤਰੀ ਭਾਰਤ ਦੇ ਵਿੱਚ ਜੋ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ, ਕਿਹਾ ਜਾ ਰਿਹਾ ਕਿ ਨੇਪਾਲ ਇਸ ਦਾ ਕੇਂਦਰ ਸੀ। 6.2 ਦੀ ਤੀਬਰਤਾ ਨਾਲ ਭੂਚਾਲ ਆਇਆ ਸੀ ਤੇ ਨੇਪਾਲ ਦੇ ਵਿੱਚ ਕਾਫੀ ਕੁਝ ਮਤਲਬ ਬਰਬਾਦੀਆਂ ਵੀ ਹੋਈਆਂ ਨੇ। ਕੀ ਕਹਿਣਾ ਚਾਹੋਗੇ? ਨੇਪਾਲ ਦੇ ਵਿੱਚ ਤਾਂ ਮੌਤਾਂ ਦੀ ਵੀ ਖਬਰ ਆਈ ਹੈਗੀ ਆ, ਜ਼ਖਮੀ ਹੋਏ ਨੇ, ਦੂਜਾ ਨੁਕਸਾਨ ਕਾਫੀ ਹੋਇਆ। ਦਿੱਲੀ ਦੇ ਵਿੱਚ ਸਹਿਮ ਸੀਗਾ, ਝਟਕੇ ਮਹਿਸੂਸ ਹੋਏ ਨੇ, ਪਰ ਉਸ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ ਹੈਗਾ। ਸੋ ਇਹਦਾ ਜਿਹੜਾ ਕੇਂਦਰ ਮੇਨ ਨੇਪਾਲ ਹੀ ਰਿਹਾ ਹੈ। ਦਿੱਲੀ ਉੱਤਰ ਭਾਰਤ ਦੇ ਵਿੱਚ ਦੇ ਕਈ ਹਿੱਸਿਆਂ ਨੂੰ ਇਸ ਨੇ ਭੂਚਾਲ ਨੇ ਪ੍ਰਭਾਵਿਤ ਕੀਤਾ। ਇਹ ਮਤਲਬ ਕੁਦਰਤੀ ਆਫਦਾ, ਇਹਦੇ ਵਿੱਚ ਕੋਈ ਬਹੁਤਾ ਬੰਦੇ ਦਾ ਨਹੀਂ ਹੈਗਾ। ਪਰ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਅਸੀਂ ਦੇਖ ਸਕਦੇ ਹਾਂ, ਜਿਹੜੀ ਰੋਸ਼ਨੀ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਹੁਣ ਮਕਾਨ ਵਗੈਰਾ ਹੈਗੇ ਨੇ, ਉਹ ਜੇ ਸੋਲਿਡ ਹੋਣ ਥੋੜਾ ਜਿਹਾ ਉਹਨੂੰ ਝੱਲ ਲੈਂਦੇ ਨੇ, ਵਧੀਆ ਮੁਕਾਬਲਾ ਕਰ ਸਕਦੇ ਨੇ। ਜਿੱਥੇ ਨਹੀਂ ਮਤਲਬ ਹੁੰਦਾ ਉੱਥੇ ਥੋੜਾ ਜਿਹਾ ਦਿੱਕਤਾਂ ਆਉਂਦੀਆਂ ਨੇ, ਜਾਂ ਫਿਰ ਕਈ ਵਾਰ ਥੋੜਾ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ, ਹਾਲਾਂਕਿ ਕੁਦਰਤੀ ਆਫਦਾ ਹੈਗੀ ਹੈ, ਪਰ ਕੁਦਰਤੀ ਵਿਪਤਾ ਦੇ ਵਿੱਚ ਵੀ ਥੋੜਾ ਜਿਹੜਾ ਡਿਵੈਲਪਮੈਂਟ ਦਾ ਮਾਡਲ ਜੇ ਖੋਖਲਾ ਹੋਵੇ ਤਾਂ ਉਹ ਛੇਤੀ ਐਕਸਪੋਜ਼ ਹੋ ਜਾਂਦਾ। ਜੇ ਥੋੜਾ ਸੋਲਿਡ ਹੋਵੇ ਤਾਂ ਬਰਬਾਦੀ ਦੇ ਬਾਵਜੂਦ ਵੀ ਉਹ ਵਧੀਆ ਤਰ੍ਹਾਂ ਨਾਲ ਬਣਿਆ ਰਹਿੰਦਾ ਹੈਗਾ। ਤਾਂ ਉਹ ਚੀਜ਼ਾਂ ਦਿਖਦੀਆਂ ਨੇ। ਖੈਰ, ਭਾਰਤ 'ਚ ਕੋਈ ਇੱਦਾਂ ਦੀ ਦਿੱਕਤ ਨਹੀਂ ਆਈ, ਅਸੀਂ ਕਾਮਨਾ ਕਰਦੇ ਕਦੇ ਵੀ ਨਾ ਆਵੇ। ਤੇ ਨੇਪਾਲ ਦੇ ਵਿੱਚ ਵੀ ਜਿਹੜਾ ਸਾਡਾ ਗਵਾਂਢੀ ਮੁਲਕ ਹੈ, ਸਾਡਾ ਹਮਸਾਇਆ ਵਾ, ਤੇ ਸਾਡੇ ਥੋੜੇ ਜਿਹੇ ਕਲਚਰਲ ਰਿਲੇਸ਼ਨ ਵੀ ਨੇ, ਉਧਰੋਂ ਵੀ ਬੰਦੇ ਆ ਕੇ ਕੰਮ ਕਰਦੇ ਨੇ ਸਾਡੇ ਭਾਰਤ ਵਿੱਚ। ਅਸੀਂ ਕਹਿੰਦੇ ਹਾਂ ਕਿ ਉਸ ਮੁਲਕ ਦੇ ਵਿੱਚ ਵੀ ਜ਼ਿਆਦਾ ਨੁਕਸਾਨ ਨਾ ਹੋਇਆ ਹੋਵੇ। ਸ਼ਿੰਦਰ ਜੀ, ਇੱਦਾਂ ਦੀ ਹਰਿਆਣਾ ਤੋਂ ਵੀ ਖਬਰਾਂ ਆਈਆਂ ਸੀ ਕਿ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤੇ ਸੋਨੀਪਤ ਨੂੰ ਕੇਂਦਰ ਦੱਸਿਆ ਜਾ ਰਿਹਾ ਸੀ, ਕਿਹਾ ਜਾ ਰਿਹਾ ਸੀ ਕਿ ਉੱਤਰਾਖੰਡ ਤੇ ਹਰਿਆਣਾ ਦੇ ਵਿੱਚ ਜੋ ਇਲਾਕਾ ਹੈ ਉਸ ਤੇ ਕਾਫੀ ਚੀਜ਼ਾਂ ਹੋ ਰਹੀਆਂ ਨੇ। ਉੱਥੇ ਕੋਈ ਜ਼ਿਆਦਾ ਨੁਕਸਾਨ ਦੀਆਂ ਖਬਰਾਂ ਆਈਆਂ ਨਹੀਂ ਹੈਗੀਆਂ। ਮੇਨ ਤਾਂ ਨੇਪਾਲ ਹੀ ਦਿਖਾਈ ਦਿੱਤਾ ਹੈਗਾ। ਹਾਲਾਂਕਿ ਉਹਦੇ ਕਈ ਟਾਈਮ ਤੇ ਆਏ ਨੇ, ਇੱਕ ਟਾਈਮ ਨਹੀਂ ਸੀ। 5:30 ਵਜੇ ਆ ਗਿਆ, 5 ਵਜੇ ਆ ਗਿਆ, 6 ਵਜੇ ਆ ਗਿਆ ਨਾ, ਇਸ ਤਰ੍ਹਾਂ 5-6 ਵਾਰ ਆਇਆ ਹੈਗਾ ਇਹ। ਤੇ ਨੁਕਸਾਨ ਦਾ ਜਿਹੜਾ ਕੇਂਦਰ ਉਹ ਨੇਪਾਲ ਹੀ ਰਿਹਾ ਇਹਦਾ। ਜੀ ਸ਼ਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਜੋ ਰਾਮ ਸੇਤੂ ਹੈ ਉਸ ਨੂੰ ਕੌਮੀ ਸਮਾਰਕ ਐਲਾਨ ਦੇ ਐਸਸੀ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਐਸਸੀ ਵੱਲੋਂ ਖਾਰਿਜ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ ਇਸ ਬਾਰੇ? ਅਸਲ 'ਚ ਜਿਹੜੀ ਪਟੀਸ਼ਨ ਵੀ BJP ਜਾਂ RSS ਦੇ ਸਪੋਰਟਰਸ ਦੇ ਵੱਲੋਂ ਹੀ ਕੀਤੀ ਗਈ ਸੀ, ਉਸ ਤਰ੍ਹਾਂ ਦੇ ਹੀ ਐਲੀਮੈਂਟ ਸੀਗੇ ਵੀ ਕੌਮੀ ਸਮਾਰਕ ਰਾਮ ਜਿਹੜਾ ਸੇਤੂ ਨੂੰ ਲਾਣਾ ਜਾਵੇ।
ਰਾਮ ਸੇਤੂ ਦੇ ਬਾਰੇ ਆਇਆ ਵੀ ਇਹ ਸਿਰਫ ਮਿਥਿਹਾਸਕ ਕਹਾਣੀਆਂ ਦੇ ਵਿੱਚ ਹੈ ਵੀ ਇੱਕ ਰਾਮ ਸੇਤੂ ਪੁਲ ਸੀ, ਉਹ ਇਹਨਾਂ ਨੇ ਬਾਨਰ ਸੈਨਾ ਨੇ ਬਣਾਇਆ ਸੀ, ਸ਼੍ਰੀ ਰਾਮ ਜੀ ਪਾਰ ਕਰਕੇ ਗਏ ਸੀ, ਉਹ ਸਿਰਫ ਕਹਾਣੀਆਂ ਵਿੱਚ ਆ। ਹਕੀਕਤ ਵਿੱਚ ਇਹਦਾ ਕੋਈ ਆਧਾਰ ਨਹੀਂ ਹੈਗਾ। ਜਿਹੜਾ ਉਹ ਬਣਿਆ ਹੋਇਆ ਸੇਤੂ ਪੁਲ ਜਿਹਾ, ਉਹਦੇ ਵਿੱਚ ਇਹ ਕਿ ਉਹਦੇ ਬਾਰੇ ਤਾਂ ਇੱਕ ਰੋਮੀਲਾ ਥਾਪਰ ਨੇ ਲੇਖ ਲਿਖਿਆ ਸੀਗਾ ਬਹੁਤ ਅੱਛਾ, ਹਿੰਦੂ ਦੇ ਵਿੱਚ ਕਈ ਸਾਲ ਹੋ ਗਏ, 2003 ਦੀ 2005-6 ਦੀ ਗੱਲ ਆ ਮੇਰੇ ਖਿਆਲ। ਉਹ ਸੀਗਾ ਕਿ ਜਿਹੜਾ ਰਾਮ ਸੇਤੂ ਪੁਲ ਆ ਉਹ 7ਵੀਂ ਸਦੀ ਤੋਂ ਪਹਿਲਾਂ ਦਾ ਨਹੀਂ ਹੈਗਾ ਜੀ। ਰਾਮ ਕਹਾਣੀ ਬਹੁਤ ਚਿਰ ਦੀ ਚੱਲਦੀ ਆ ਰਹੀ ਹੈ, ਸੋ ਇਸ ਕਰਕੇ ਇਹਦਾ ਕੋਈ ਸਾਇੰਟੀਫਿਕ ਆਧਾਰ ਨਹੀਂ ਹੈਗਾ। ਤੇ ਸੁਪਰੀਮ ਕੋਰਟ ਹੁਣ ਇਹ ਜਿਹੀਆਂ ਚੰਗਾ ਕੀਤਾ ਸੁਪਰੀਮ ਕੋਰਟ ਨੇ ਕਿ ਉਹਨੇ ਇਸ ਤਰ੍ਹਾਂ ਦੀਆਂ ਬੇਤੁਕੀਆਂ ਕਹਾਣੀਆਂ ਦੇ ਆਧਾਰ ਦੇ ਉੱਤੇ ਇਹਨੂੰ ਸੀਰੀਅਸ ਨਹੀਂ ਲਿਆ ਹੈਗਾ ਜੀ। ਸੁਪਰੀਮ ਕੋਰਟ ਦੇ ਵਿੱਚ ਹੋਰ ਵੀ ਕਈ ਮਸਲੇ ਨੇ ਜੋ ਐਕਚੁਅਲ ਦੇ ਵਿੱਚ ਵਿਚਾਰਧੀਨ ਨੇ, ਉਹਨਾਂ ਦਾ ਹੱਲ ਕਰਨਾ ਚਾਹੀਦਾ ਜ਼ਿਆਦਾ ਜ਼ਰੂਰੀ। ਹਾਂ ਬਿਲਕੁਲ, ਇਹਦਾ ਕੋਈ ਆਧਾਰ ਹੀ ਨਹੀਂ। ਅਨਸਾਇੰਟੀਫਿਕ ਗੱਲਾਂ ਨੇ, ਇਹ ਅਨਸਾਇੰਟੀਫਿਕ ਗੱਲਾਂ ਨੂੰ ਇਤਿਹਾਸ ਨੂੰ ਇਤਿਹਾਸ ਬਣਾ ਕੇ ਮੋਹਰ ਲਾਉਣ ਨੂੰ ਫਿਰਦੇ ਨੇ। ਸ਼ਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਬਰਤਾਨੀਆ ਤੋਂ ਇੱਕ ਖਬਰ ਸਾਹਮਣੇ ਆ ਰਹੀ ਕਿ ਲੰਡਨ ਦੇ ਵਿੱਚ ਹੁਣ ਭਾਰਤ ਵੱਲੋਂ ਵੀਜ਼ੇ ਦਿੱਤੇ ਜਾਂਦੇ ਨੇ, ਸਟੱਡੀ ਵੀਜ਼ਾ ਹੋ ਗਿਆ ਜਾਂ ਫਿਰ ਟਰੈਵਲ ਵੀਜ਼ਾ ਹੋ ਗਿਆ, ਉਸ ਤੇ ਜੋ ਵੀਜ਼ਾ ਫੀਸ ਨੇ ਉਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਇਹਦੇ ਵਿੱਚ ਅੱਜ ਤੋਂ ਇਹ ਵਾਧਾ ਲਾਗੂ ਹੋ ਜਾਊਗਾ ਮਨਵੀਰ ਆਪਣਾ ਲਵਦੀਪ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਪਹਿਲਾਂ ਵੀ ਇਹ ਕੰਸੋਆਂ ਆਈਆਂ ਸੀਗੀਆਂ ਕਿ ਆਪਣਾ ਜਿਹੜਾ ਵੀਜ਼ਾ ਹੈਗਾ ਇਹਦੀ ਉਹ ਕਰੇਗੀ, ਫੀਸ ਵਧਾਏਗੀ। ਹੁਣ ਉਹ ਫੀਸ ਅੱਜ ਤੋਂ ਵੱਧ ਚੁੱਕੀ ਹੈਗੀ ਹੈ। ਇੰਗਲੈਂਡ ਦੇ ਸਫਾਰਤਖਾਨੇ ਨੇ ਬਕਾਇਦਾ ਇਹਦੇ ਬਾਰੇ ਕੁਝ ਦਿਨ ਪਹਿਲਾਂ ਵੀ ਗਾਈਡਲਾਈਨ ਜਾਰੀ ਕੀਤੀ ਸੀਗੀ, ਤੇ ਹੁਣ ਇਹ ਜਿਹੜਾ ਬਰਤਾਨੀਆ ਦੇ ਵਜੋਂ ਫੀਸ ਇਹ ਲਾਗੂ ਹੋ ਜਾਣਾ। ਤੇ 6 ਮਹੀਨਿਆਂ ਦੇ ਜਿਹੜੇ ਵਿਜ਼ਟਰ ਫੀਸ ਹੈ ਦੋਸਤੋ, ਉਹ ਹੁਣ ਇਸ ਸਮੇਂ 15 ਪਾਉਂਡ, ਜਦਕਿ ਵਿਦਿਆਰਥੀ ਵੀਜ਼ੇ ਦੀ ਜਿਹੜੀ ਹੈਗੀ ਆ 127 ਪਾਉਂਡ ਵਾਧਾ ਹੋਇਆ ਹੈਗਾ। ਵੀਜ਼ਾ ਫੀਸ ਵਧਾਉਣ ਦੀ ਜਿਹੜੀ ਤਜਵੀਜ਼ ਪਿਛਲੇ ਮਹੀਨੇ ਸੰਸਦ ਵਿੱਚ ਰੱਖੀ ਗਈ ਸੀ, ਗ੍ਰਹਿ ਵਿਭਾਗ ਦੇ ਮੁਤਾਬਕ ਵਿਜ਼ਟਰ ਵੀਜ਼ਾ ਜਿਹੜਾ ਉਹ ਹੁਣ 115 ਪਾਉਂਡ ਹੋਵੇਗਾ, ਜਦਕਿ ਸਟੂਡੈਂਟ 490 ਜਿਹੜਾ ਹੈਗਾ ਪਾਉਂਡ ਤੇ ਹੋਏਗੀ। ਤੇ ਇਹਦੇ ਨਾਲ ਦੀ ਨਾਲ ਹੀ ਦੱਸਿਆ ਜਾ ਰਿਹਾ ਕਿ ਵੀਜ਼ਾ ਜਿਹੜਾ ਅਰਜ਼ੀ ਦੀ ਫੀਸ ਵਧਾਉਣੀ ਸਹੀ ਤੇ ਜਾਇਜ਼ ਹੈ ਕਿ ਅਸੀਂ ਜਿਹੜਾ ਜ਼ਰੂਰੀ ਜਨਤਕ ਸੇਵਾਵਾਂ ਨੂੰ ਜਾਰੀ ਰੱਖ ਸਕੀਏ ਤੇ ਸਾਡੀ ਸਰਕਾਰੀ ਜਿਹੜੀ ਖੇਤਰ ਦੀਆਂ ਤਨਖਾਹਾਂ ਲਈ ਹੋਰ ਜਿਹੜਾ ਹੈਗਾ ਫੰਡਿੰਗ ਕੀਤੀ ਜਾ ਸਕੇ। ਇਹ ਬਰਤਾਨੀਆ ਹਕੂਮਤ ਦਾ ਕਹਿਣਾ ਹੈਗਾ, ਸਫਾਈ ਦਿੱਤੀ ਹੈ ਜਾਨੀ। ਸ਼ਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਰਤ ਦੇ ਵਿੱਚ 107 ਜੋ MLAs ਨੇ ਜਾਂ MP ਨੇ ਉਹ ਹੇਟ ਸਪੀਚ ਦੇ ਮਾਮਲੇ ਨੇ ਉਹਨਾਂ ਤੇ ਦਰਜ ਨੇ। ਤੇ ਇਹ ਵੀ ਖਬਰ ਸਾਹਮਣੇ ਆਈ ਕਿ 480 ਜੋ ਚੋਣਾਂ ਲੜ ਚੁੱਕੇ ਨੇ ਉਮੀਦਵਾਰ, ਉਹਨਾਂ ਤੇ ਵੀ ਇਸ ਤਰ੍ਹਾਂ ਦੇ ਮਾਮਲੇ ਦਰਜ ਨੇ। ਕੀ ਕਹਿਣਾ ਚਾਹੋਗੇ? ਬਿਲਕੁਲ, ਇਹ ਜਿਹੜੀ ਰਿਪੋਰਟ ਆਈ ਹੈਗੀ ਹੈ ਚੋਣ ਅਧਿਕਾਰ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮ ADR ਦੇ ਨਾਲ ਆਪਾਂ ਇਹਨੂੰ ਜਾਣਦੇ ਹਾਂ, ਕਾਫੀ ਮਸ਼ਹੂਰ ਹੈਗੀ ਆ। ਜਗਦੀਪ ਛੋਕਰ ਹੁਣੇ ਨੇ ਇਹਦੇ ਕਰਤਾ ਧਰਤਾ। ਇਹਨਾਂ ਦੇ ਅਨੁਸਾਰ 107 ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਖਿਲਾਫ ਨਫ਼ਰਤੀ ਤਕਰੀਰਾਂ ਵਾਲੇ ਕੇਸ ਨੇ। ਅਜਿਹੇ ਕੇਸ ਜਿਹੜੇ 480 ਉਮੀਦਵਾਰਾਂ ਨੇ ਪਿਛਲੇ 50 ਸਾਲਾਂ ਵਿੱਚ ਚੋਣ ਲੜੀ ਹੈ, ਜਿਨ੍ਹਾਂ ਦੇ ਉੱਤੇ ਸੀਗੇ। ADR ਨੇ ਨੈਸ਼ਨਲ ਇਲੈਕਸ਼ਨ ਵਾਚ ਨੇ ਉਕਤ ਜਿਹੜਾ ਮਿਆਦ ਅੰਦਰ ਦੇਸ਼ 'ਚ ਹੋਈਆਂ ਵਿਧਾਨ ਸਭਾ ਚੋਣਾਂ, ਲੋਕ ਸਭਾ ਚੋਣਾਂ 'ਚ ਨਾਕਾਮ ਉਮੀਦਵਾਰਾਂ ਤੋਂ ਇਲਾਵਾ ਸਾਰੇ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਸਭੇ ਘੋਸ਼ਣਾ ਪੱਤਰਾਂ ਦਾ ਵਿਸ਼ਲੇਸ਼ਣ ਕੀਤਾ। ਜਿਹੜਾ ਉਹਨਾਂ ਨੇ ਜਦੋਂ ਆਪਾਂ ਕਾਗਜ਼ ਪੱਤਰ ਭਰਦੇ ਹਾਂ ਉਦੋਂ ਇੱਕ ਆਪਣੇ ਵੱਲੋਂ ਪੱਤਰ ਦਿੱਤਾ ਜਾਂਦਾ ਆਪਣੇ ਬਾਰੇ, ਉਹ ਸਭੇ ਘੋਸ਼ਣਾ ਪੱਤਰ ਜਿਹਨੂੰ ਕਹਿੰਦੇ ਨੇ, ਜਿਹਦੇ ਵਿੱਚ ਆਪਾਂ ਖੁਦ ਆਪਣੇ ਆਪ ਨੂੰ ਐਕਸਪੋਜ਼ ਕਰਦੇ ਹਾਂ ਵੀ ਮੈਂ ਕੀ ਹਾਂ, ਕਿ ਮੇਰੇ ਤੇ ਕੋਈ ਮਾਮਲੇ ਤਾਂ ਨਹੀਂ ਵਗੈਰਾ ਵਗੈਰਾ। ਉਹਦੇ ਵਿੱਚੋਂ ਜਿਹੜਾ ਦੇਖ ਕੇ ਉਹਨਾਂ ਨੇ ਕੀਤਾ ਇਹਦਾ ਸਟੱਡੀ। ਸ਼ਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਪੰਜਾਬ ਦੀਆਂ ਖਬਰਾਂ ਦੀ ਗੱਲ ਕਰ ਲੈਂਦੇ ਹਾਂ। ਦੇਖਿਆ ਜਾਵੇ ਤਾਂ ਜਿੱਦਾਂ CM ਮਾਨ ਤੇ ਰਾਜਪਾਲ ਦੇ ਵਿੱਚ ਨੋਕ ਲੋਕ ਲਗਾਤਾਰ ਚੱਲਦੀ ਆ ਰਹੀ ਹੈ। CM ਮਾਨ ਵੱਲੋਂ ਜਵਾਬ ਦਿੱਤਾ ਗਿਆ ਪੱਤਰ ਦਾ, ਜੋ ਗਵਰਨਰ ਵੱਲੋਂ ਤੋਂ ਪੁੱਛਿਆ ਗਿਆ ਸੀ ਕਿ ਜੋ 50,000 ਰੁਪਏ ਦਾ ਕਰਜ਼ਾ ਲਿਆ ਗਿਆ ਉਹ ਕਿੱਥੇ ਖਰਚ ਕੀਤਾ ਜਾ ਰਿਹਾ। ਕੀ ਕਹਿਣਾ ਚਾਹੋਗੇ ਇਸ ਬਾਰੇ? ਮੁੱਖ ਮੰਤਰੀ ਨੇ ਇਹਦੇ ਵਿੱਚ ਪੱਤਰ ਲਿਖ ਦਿੱਤਾ। ਉਹਨਾਂ ਨੇ ਕਿਹਾ ਹੈਗਾ ਕਿ ਮੈਂ ਤੁਹਾਨੂੰ ਮੁੱਖ ਮੰਤਰੀ ਦਾ ਪੱਤਰ ਹੀ ਦੱਸ ਦਿੰਦਾ ਹੈਗਾ ਕਿ ਅਸਲ ਵਿੱਚ ਉਹਨਾਂ ਨੇ ਆਪਣੇ ਰਾਜਪਾਲ ਨੂੰ ਇਹ ਕਿਹਾ ਹੈਗਾ ਪੰਜਾਬ ਦੇ ਨੂੰ ਕਿ ਮੁੱਖ ਮੰਤਰੀ ਹੋਰਾਂ ਨੇ ਕਿ ਕਰਜ਼ੇ ਬਾਰੇ ਆਪਣੀ ਸਥਿਤੀ ਦੱਸੀ ਹੈ ਕਿ ਪ੍ਰਧਾਨ ਮੰਤਰੀ ਤੋਂ ਪੰਜਾਬ ਦੇ ਕਰਜ਼ੇ ਦੀ ਅਦਾਇਗੀ ਉੱਤੇ ਘੱਟੋ ਘੱਟ 5 ਸਾਲ ਲਈ ਰੋਕ ਲਗਾਉਣ ਤੇ ਪੰਜਾਬ ਦੀ ਨਾਜ਼ੁਕ ਵਿੱਤੀ ਸਥਿਤੀ ਹੈ ਇਹਨੂੰ ਰਾਹਤ ਮਿਲੇਗੀ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੰਬਿਤ ਜਿਹੜੇ ਪਏ ਦਿਹਾਤੀ ਵਿਕਾਸ ਫੰਡ ਹੈ ਇਹਨੂੰ ਜਾਰੀ ਕੀਤਾ ਜਾਵੇ। ਮਾਨ ਨੇ ਪੱਤਰ ਸਾਫ਼ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਕਰਜ਼ਾ ਸਹੀ ਢੰਗ ਨਾਲ ਚੁੱਕਿਆ ਗਿਆ ਤੇ ਇਹਦੀ ਵਰਤੋਂ ਸਹੀ ਢੰਗ ਨਾਲ ਹੋਈ ਆ। ਇਹ ਵੀ ਕਿਹਾ ਕਿ ਜਿਹੜੇ ਕਰਜ਼ਾ ਸੀ ਚੁੱਕਿਆ ਵੀ ਹੈ ਉਹ ਪਹਿਲੇ ਕਈ ਸਾਲ ਤਾਂ ਪੁਰਾਣੀਆਂ ਸਰਕਾਰਾਂ ਦਾ ਜਿਹੜਾ ਕਰਜ਼ਾ ਹੈਗਾ ਉਹ ਅਸੀਂ ਉਤਾਰਿਆ ਹੈਗਾ। 21 ਸਤੰਬਰ ਨੂੰ ਮੁੱਖ ਮੰਤਰੀ ਨੇ ਇੱਕ ਮੋੜਵੇਂ ਪੱਤਰ ਦੇ ਵਿੱਚ ਪੰਜਾਬ ਸਿਰ ਚੜੇ 50 ਕਰੋੜ ਕਰਜ਼ੇ ਦਾ ਲੇਖਾ ਜੋਖਾ ਮੁੱਖ ਮੰਤਰੀ ਤੋਂ ਰਾਜਪਾਲ ਨੇ ਮੰਗਿਆ ਸੀ। ਸੋ ਹੁਣ ਵਿੱਤ ਮੰਤਰੀ ਚੀਮਾ ਨੇ ਜਿਹੜਾ 25 ਸਤੰਬਰ ਨੂੰ ਇਸ ਕਰਜ਼ੇ ਦਾ ਪੂਰਾ ਹਿਸਾਬ ਕਿਤਾਬ ਦੇਣ ਦੀ ਗੱਲ ਆਖੀ ਸੀ, ਹੁਣ ਮੁੱਖ ਮੰਤਰੀ ਨੇ ਦੇ ਦਿੱਤਾ।
ਇਹਦੇ ਵਿੱਚ ਆਇਆ ਕਿ ਜੇ ਤਾਂ ਇਹ ਕਰਜ਼ੇ ਨੂੰ ਸਿਰਫ ਇੱਕ ਲੜਾਈ ਵਜੋਂ ਹੀ ਦੇਖਿਆ ਜਾਵੇ ਵੀ ਲਓ ਜੀ ਮੈਂ ਦਿੱਤਾ ਹਿਸਾਬ ਕਿਤਾਬ ਐਂ ਕਰਤਾ, ਉਹਦੇ ਚੋਂ ਤਾਂ ਕੁਝ ਨਹੀਂ ਨਿਕਲਣਾ ਹੈਗਾ। ਜੇਕਰ ਦੋਵੇਂ ਸੀਰੀਅਸ ਨੇ, ਰਾਜਪਾਲ ਦੀ ਦਿੱਕਤ ਇਹ ਹੈਗੀ ਹੈ ਕਿ ਉਹਨੇ ਸੈਂਟਰ ਵਾਲਾ ਏਜੰਡਾ ਲਾਗੂ ਕਰਨਾ, ਉਹ ਪੰਜਾਬ ਸਰਕਾਰ ਦਾ ਇੱਕ ਤਰ੍ਹਾਂ ਨਾਲ ਵਰਤਾਅ ਕਰ ਰਿਹਾ ਜਿਵੇਂ ਇੱਕ ਬਹੁਤ ਤਕੜਾ ਵਿਰੋਧੀ ਹੋਵੇ, ਤੇ ਲਗਭਗ ਇਦਾਂ ਹੀ ਵਰਤਾਅ ਮੁੱਖ ਮੰਤਰੀ ਦਾ ਵੀ ਹੈਗਾ। ਜੇਕਰ ਦੋਵੇਂ ਵੱਡੇ ਲੀਡਰ ਸੀਰੀਅਸ ਨੇ ਤਾਂ ਪੰਜਾਬ ਦੇ ਕਰਜ਼ੇ ਦੀ ਜਿਹੜੀ ਹਾਲਤ ਆ ਉਹਦਾ ਮੁੱਦਾ ਸੈਂਟਰ ਤੋਂ ਚੁਕਾਉਣ, ਬਹੁਤ ਸਾਰੇ ਸੈਂਟਰ ਤੋਂ ਰਾਹਤ ਲੈਣ ਵਾਲੀ ਹੈ, ਸੈਂਟਰ ਤੋਂ ਜਿਹੜਾ ਕਰਜ਼ੇ ਮਾਫ ਕਰਾਉਣ ਵਾਲੇ ਨੇ, ਕਿਉਂਕਿ ਕਾਰਨ ਕਿ ਬਹੁਤ ਸਾਰੇ ਕਰਜ਼ਿਆਂ ਲਈ ਪੰਜਾਬ ਡਾਇਰੈਕਟ ਜ਼ਿੰਮੇਵਾਰ ਨਹੀਂ ਹੈਗਾ। ਉਹਦੇ ਵਿੱਚ ਖੁਦ ਵਿਕਟਮ ਰਿਹਾ, ਪੀੜਤ ਰਿਹਾ ਪੰਜਾਬ ਦੇ ਕਾਲੇ ਦਿਨਾਂ ਦੇ ਦੌਰਾਨ। ਇਸ ਲਈ ਸੈਂਟਰ ਸਰਕਾਰ ਨੂੰ ਜਿਹੜਾ ਹੈਗਾ ਇਹ ਕਰਜ਼ਾ ਜਿਹੜਾ ਮਾਫ ਕਰਨਾ ਚਾਹੀਦਾ ਹੈ। ਜੀ ਸੁਰਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਯੂਟੀ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਨੇ ਅੱਜ ਤੋਂ। ਪਹਿਲਾਂ ਵੀ ਉਹਨਾਂ ਵੱਲੋਂ 2 ਵਾਰੇ ਦੌਰੇ ਕੀਤੇ ਜਾ ਚੁੱਕੇ ਨੇ, ਕੀ ਕਹਿਣਾ ਚਾਹੋਗੇ? ਸਰਹੱਦੀ ਇਲਾਕਿਆਂ ਦਾ ਮੁੱਦਾ ਉਹਨਾਂ ਨੇ ਉਠਾਇਆ, ਨਸ਼ਿਆਂ ਬਾਰੇ ਉਠਾਇਆ, ਭਾਵੇਂ ਕਿ ਪੰਜਾਬ ਸਰਕਾਰ ਨੂੰ ਘੇਰਨ ਲਈ ਉਠਾਇਆ। ਅੱਜ ਤੋਂ ਉਹ ਦੌਰੇ ਤੇ ਜਾ ਰਹੇ ਨੇ ਤੇ ਭਗਵੰਤ ਮਾਨ ਨੇ ਵੀ ਕਿਹਾ, ਸ਼ਾਇਦ ਖਬਰ ਆ ਰਹੀ ਹੈ ਵੀ ਉਹ ਸ਼ਾਇਦ ਹੈਲੀਕਾਪਟਰ ਸਾਡਾ ਨਾ ਯੂਜ਼ ਕਰਨ ਸਰਕਾਰੀ, ਕਿਉਂਕਿ ਅਕਸਰ ਹੀ ਤੁਸੀਂ ਪੰਜਾਬ ਸਰਕਾਰ ਨੂੰ ਭੰਡਦੇ ਹੋ। ਪਰ ਮੈਨੂੰ ਲੱਗਦਾ ਇਹ ਹੁਣ ਜੀ ਗਲਤ ਹੈਗਾ ਡਿਸੀਜਨ, ਕਿਉਂਕਿ ਰਾਜਪਾਲ ਸਰਕਾਰ ਦਾ ਨਾਮਾਤਰ ਮੁਖੀਆ ਹੁੰਦਾ ਤੇ ਰਾਜਪਾਲ ਦੀ ਇੱਕ ਰਿਸਪੈਕਟ ਹੁੰਦੀ ਹੈਗੀ ਆ। ਜਦੋਂ ਤੱਕ ਕਿਹਾ ਵੀ ਮੈਂ ਨਹੀਂ ਤੁਹਾਨੂੰ ਦਿੰਦਾ ਹੈਗਾ, ਅੱਜ ਮੈਨੂੰ ਹੁਣ ਇਹ ਨਹੀਂ ਪਤਾ ਵੀ ਖਬਰ ਜਿਹੜੀ ਆ ਰਹੀ ਆ, ਕਿਉਂਕਿ ਅਜੇ ਤੱਕ ਆਈ ਨਹੀਂ ਕੋਈ ਖਬਰ ਵੀ ਰਾਜਪਾਲ ਸਾਹਿਬ ਹੈਲੀਕਾਪਟਰ 'ਚ ਗਏ ਨੇ ਜਾਂ ਕਿਵੇਂ ਗਏ ਨੇ, ਜਾਂ ਜੇ ਹੈਲੀਕਾਪਟਰ 'ਚ ਗਏ ਨੇ ਕਿ ਉਹ ਪੰਜਾਬ ਸਰਕਾਰ ਦਾ ਹੈਲੀਕਾਪਟਰ ਹੈ ਜਾਂ ਕੋਈ ਹੋਰ ਹੈਲੀਕਾਪਟਰ ਹੈ। ਕਿਉਂਕਿ ਰਾਜਪਾਲ ਵੱਲੋਂ ਕਿਹਾ ਜਾ ਰਿਹਾ ਕਿ ਨਸ਼ਿਆਂ ਦਾ ਮੁੱਦਾ ਚੁੱਕੇ ਜਾਏਗਾ, ਉੱਥੇ ਜਾ ਕੇ ਜੋ ਆਮ ਲੋਕਾਂ ਨਾਲ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਰਾਜਪਾਲ ਗੱਲ ਕਰ ਸਕਦੇ ਹੁੰਦੇ ਨੇ, ਚਲੇ ਜਾਣਗੇ, ਪਰ ਉਹ ਉਸ ਮੁੱਦੇ ਨੂੰ ਚੁੱਕ ਕੇ ਕੀ ਕਰੋਗੇ? ਮਤਲਬ ਰਾਜਪਾਲ ਨੂੰ ਇੱਕ ਤਾਂ ਇਹ ਜਿਹੜਾ ਮੁੱਦੇ ਤੇ ਕੰਮ ਜ਼ਰੂਰੀ ਹੈ, ਪਰ ਇਹਦੇ ਬਾਰੇ ਤਾਂ ਕਦੇ ਸੈਂਟਰ ਨੇ ਵੀ ਕੋਈ ਉਸ ਤਰ੍ਹਾਂ ਨਹੀਂ ਕੀਤਾ। ਇੰਨਾ ਸਾਲ ਬੀਜੇਪੀ ਅਕਾਲੀ ਦਲ ਦੇ ਨਾਲ ਜੁੜੀ ਰਹੀ ਆ, ਨਸ਼ਾ ਚੱਲਦਾ ਰਿਹਾ, ਬੀਜੇਪੀ ਨੂੰ ਕੋਈ ਇਤਰਾਜ਼ ਨਹੀਂ ਸੀਗਾ। ਤੇ ਹੁਣ ਜਿਹੜਾ ਇਹ ਨਸ਼ੇ ਵਗੈਰਾ ਦਾ ਮੁੱਦਾ ਚੁੱਕਣ ਦੀ ਰਾਜਪਾਲ ਗੱਲ ਕਰ ਰਿਹਾ, ਉਹ ਥਰੂ ਇਸ ਲਈ ਕਿ ਲੋਕ ਸਭਾ ਚੋਣ ਆ ਰਹੀ ਹੈਗੀ ਆ, ਬੀਜੇਪੀ ਕੋਲ ਕੋਈ ਹੋਰ ਮੁੱਦਾ ਸਮਝ ਨਹੀਂ ਆਉਂਦਾ, ਤੇ ਮੋਟਾ ਪੰਜਾਬ ਤੋਂ ਬਾਹਰ ਬਹਿ ਕੇ ਪਤਾ ਲੱਗ ਜਾਂਦਾ ਵੀ ਦੇਖੋ ਜੀ ਨਸ਼ਾ ਵੀ ਮੁੱਦਾ ਹੈਗਾ, ਫਲਾਨਾ ਵੀ ਮੁੱਦਾ ਹੈਗਾ, ਚਲੋ ਇਹਨੂੰ ਚੁੱਕ ਲਈਏ। ਪਰ ਇਹ ਵੀ ਤਾਂ ਦੇਖੋ ਨਾ, ਤੁਹਾਡੀ ਕ੍ਰੈਡੀਬਿਲਿਟੀ ਕੁਛ ਨਹੀਂ ਹੈਗੀ। ਤੁਸੀਂ ਜਿਹੜੇ ਲੀਡਰ ਲੈ ਕੇ ਆ ਰਹੇ ਹੋ, ਪੰਜਾਬ ਦੀ ਬੀਜੇਪੀ ਸ਼ਾਮਲ ਕੀਤੇ ਹੋਏ ਨੇ, ਉਹਨੂੰ ਨਕਾਰ ਚੁੱਕੀ ਹੈ ਪੰਜਾਬ ਦੀ ਜਨਤਾ। ਸੁਰਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਸੀਐਮ ਮਾਨ ਦੇ ਘਰ ਸੰਗਰੂਰ ਦੇ ਵਿੱਚ ਹੁਣ ਠੇਕਾ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਤੇ ਦਿੱਲੀ ਦਾ ਜੋ ਮਾਰਗ ਹੈ ਉਸ ਨੂੰ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਮੈਨੂੰ ਲੱਗਦਾ ਵੀ ਇਹ ਨਾ ਲਮਕਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ। ਛੇਤੀ ਇਹਨਾਂ ਮੁਲਾਜ਼ਮਾਂ ਨਾਲ ਗੱਲ ਕਰ ਲੈਣੀ ਚਾਹੀਦੀ ਹੈ, ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨਾ ਚਾਹੀਦਾ। ਨਹੀਂ ਇਹਨਾਂ ਨਾਲ ਕੋਈ ਮੀਟਿੰਗ ਨਿਰਧਾਰਿਤ ਕੀਤੀ ਜਾਵੇ। ਅਜੇ ਤੱਕ ਸਰਕਾਰ ਥੋੜਾ ਜਿਹਾ ਆਨਾਕਾਨੀ ਕਰ ਰਹੀ ਹੈ ਮੀਟਿੰਗਾਂ ਤੋਂ ਵੀ। ਇਹਨਾਂ ਨਾਲ ਇੱਕ ਸਿਹਤਮੰਦ ਤਰੀਕੇ ਨਾਲ ਡਾਇਲੋਗ ਹੋਣਾ ਚਾਹੀਦਾ। ਸੁਰਿੰਦਰ ਜੀ, ਹੁਣ ਅਸੀਂ ਅੱਜ ਦੇ ਅਹਿਮ ਮੁੱਦੇ ਤੇ ਚਰਚਾ ਕਰ ਲੈਂਦੇ ਹਾਂ। ਲਖੀਮਪੁਰ ਖੀਰੀ ਦੇ ਵਿੱਚ ਜੋ 2 ਸਾਲ ਪਹਿਲਾਂ ਹਿੰਸਾ ਹੋਈ ਸੀ, 2 ਸਾਲ ਪੂਰੇ ਹੋ ਚੁੱਕੇ ਨੇ, ਪਰ ਅੱਜ ਵੀ ਜੋ ਲੋਕ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਪਾਇਆ ਇਸ ਟਾਈਮ ਤੱਕ। ਕੀ ਕਹਿਣਾ ਚਾਹੋ? ਬੜਾ ਦਰਦਨਾਕ ਹਾਦਸਾ ਸੀਗਾ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਹੀ ਇਹ ਵਾਪਰਿਆ ਸੀ। ਉਹ ਕਿਸਾਨ ਅੰਦੋਲਨ ਉਹ ਤਾਂ ਖਤਮ ਹੋ ਚੁੱਕਾ ਸੀ, ਪਰ ਇਹਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਬਦਲਾ ਲਿਆ ਗਿਆ ਸੀਗਾ। ਮਤਲਬ ਕਿਸਾਨ ਅੰਦੋਲਨ ਖਤਮ ਨਹੀਂ ਹੋਇਆ ਸੀਗਾ, 21 ਚੱਲ ਰਿਹਾ ਸੀ, ਨਵੰਬਰ ਮਹੀਨੇ 'ਚ ਉਹਨੇ ਉਹ ਐਲਾਨ ਕੀਤਾ ਸੀ। ਕਿਸਾਨ ਅੰਦੋਲਨ ਚੱਲ ਰਿਹਾ ਸੀ। ਉਸ ਦੌਰਾਨ ਬੀਜੇਪੀ ਦੇ ਹੀ ਅਜੇ ਮਿਸ਼ਰਾ ਟੈਨੀ ਆ, ਉਹਦੇ ਮੁੰਡੇ ਆਸ਼ੀਸ਼ ਮਿਸ਼ਰੇ ਦੀ ਜਿਹੜੀ ਗੱਡੀ ਦੇ ਵਿੱਚ 4 ਕਿਸਾਨ ਤੇ ਇੱਕ ਪੱਤਰਕਾਰ ਨੂੰ ਮਾਰ ਦਿੱਤਾ ਗਿਆ ਸੀ, ਦਰੜ ਦਿੱਤਾ ਗਿਆ ਸੀ। ਪਹਿਲਾਂ ਤਾਂ ਇਹ ਕਿਹਾ ਗਿਆ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ, ਕਿਸਾਨ ਹਿੰਸਕ ਸੀ, ਆਪਦੇ ਕੋਲੋਂ ਕਹਾਣੀਆਂ ਬਣਾਈਆਂ ਗਈਆਂ ਵੀ। ਫਿਰ ਜਦੋਂ ਉਹਦੀ ਇੱਕ ਕਲਿੱਪ ਸਾਹਮਣੇ ਆ ਗਿਆ, ਉਹਦੇ ਵਿੱਚ ਸ਼ਰੇਆਮ ਪਤਾ ਲੱਗਿਆ ਕਿ ਤਾਂ ਗੱਡੀ ਜਿਹੜੀ ਹੈਗੀ ਆ ਉਹ ਮੰਤਰੀ ਦੇ ਮੁੰਡੇ ਦੀ ਗੱਡੀ ਹੈਗੀ ਆ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਕਹਾਣੀ ਜਿਹੜੀ ਸਾਹਮਣੇ ਆਈ ਹੈਗੀ ਹੈ, ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿਹੜਾ ਹੈਗਾ ਸਰਕਾਰ ਇੱਕ ਤਰ੍ਹਾਂ ਦੀ ਬੇਸ਼ਰਮ ਹੈ। ਦੂਜੇ ਪਾਸੇ 200 ਤੋਂ ਉੱਪਰ ਗਵਾਹ ਹੈਗੇ ਨੇ। ਇੰਨੇ ਗਵਾਹ ਹੋਣ ਦੇ ਬਾਵਜੂਦ ਉਹ ਜਿਹੜਾ ਬਿਆਨ ਦਰਜ ਕੀਤੇ ਗਏ ਬਹੁਤ ਘੱਟ ਦੇ ਕੀਤੇ ਗਏ ਹੈਗੇ ਨੇ। ਅਜੇ ਵੀ ਉਹਨਾਂ ਦਾ ਕਹਿਣਾ ਹੈਗਾ ਕਿ ਡਰਾਇਆ ਧਮਕਾਇਆ ਜਾਂਦਾ ਹੈਗਾ। ਵਿੱਚ ਦੀ ਕੁਛ ਦੀ ਡੈਥ ਵੀ ਹੋਈ ਹੈਗੀ ਆ, ਕੁੱਟਮਾਰ ਹੋਈ ਹੈਗੀ ਹੈ। ਤੇ ਅਜੇ ਮਿਸ਼ਰਾ ਟੈਨੀ ਹੈ ਜਿਹੜਾ ਬੀਜੇਪੀ ਦੇ ਵਿੱਚ ਮੰਤਰੀ ਬਣਿਆ ਹੋਇਆ, ਜੋ ਉੱਥੇ ਸ਼ਰੇਆਮ ਧਮਕੀ ਦਿੰਦਾ, ਕਹਿੰਦਾ ਰਿਹਾ ਕਿ ਮੈਂ ਗੁੰਡਾ, ਮੈਂ ਮਤਲਬ ਮੰਤਰੀ ਤੇ ਐਮਪੀ ਦੇ ਨਾਲ ਕੁਝ ਹੋਰ ਵੀ ਹੈ, ਜੇ ਮਤਲਬ ਮੈਂ ਤੁਹਾਨੂੰ ਇੱਥੋਂ ਬਾਹਰ ਕੱਢ ਦੂੰਗਾ। ਉਹ ਸਿੱਖ ਭਾਈਚਾਰੇ ਨੂੰ ਹੀ ਕਹਿ ਰਿਹਾ ਸੀ, ਜੇ ਮੈਂ ਕੁਝ ਹੋਰ ਵੀ ਦਾ ਮਤਲਬ ਕੀ ਹੁੰਦਾ ਵੀ ਮੈਂ ਗੁੰਡਾ ਵਾਂ, ਸਿੱਧੀ ਜੀ ਗੱਲ ਹੈਗੀ ਆ। ਸੋ ਇਸ ਤਰ੍ਹਾਂ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਮਾਮਲੇ ਵਿੱਚ ਜਿਹੜਾ ਹੈਗਾ ਬੀਜੇਪੀ ਦੀ ਆਪਣੀ ਇੱਛਾ ਹੀ ਨਹੀਂ ਕੋਈ ਇਨਸਾਫ ਦੇਣ ਦੀ, ਉਹ ਆਪਣੇ ਮੰਤਰੀ ਨਾਲ ਖੜੇ ਆ।
ਜੀ ਉਹ ਸੁਪਰੀਮ ਕੋਰਟ ਵੱਲੋਂ ਵੀ ਕਿਤਨਾ ਕਿਤੇ ਰਾਹਤ ਦਿੱਤੀ ਗਈ ਹੈ, ਅਗਰਿਮ ਜ਼ਮਾਨਤ ਦੇ ਦਿੱਤੀ ਗਈ ਹੈ ਮੁੱਖ ਦੋਸ਼ੀ ਨੂੰ। ਉਹਦੇ ਵਿੱਚ ਹੁਣ ਆਇਆ ਨਾ ਕਿ ਮੈਨੂੰ ਲੱਗਦਾ ਸੁਪਰੀਮ ਕੋਰਟ ਦੇ ਵਿੱਚ ਤਾਂ ਦੋ ਚੀਜ਼ਾਂ ਹੁੰਦੀਆਂ, ਸੁਪਰੀਮ ਕੋਰਟ ਨੇ ਫੈਸਲਾ ਕਰਨਾ ਹੁੰਦਾ ਤੱਥਾਂ ਦੇ ਆਧਾਰ ਦੇ ਉੱਤੇ, ਇਹ ਤੱਥ ਅੱਗੇ ਲਿਆਂਦੇ ਹੀ ਨਹੀਂ ਗਏ ਹੈਗੇ। ਗਵਾਹਾਂ ਨੂੰ ਤੰਗ ਪਰੇਸ਼ਾਨ ਕਰਨਾ, ਗਵਾਹਾਂ ਦੀ ਗਵਾਹੀ ਨਹੀਂ ਹੋਈ ਚੱਜ ਨਾਲ, ਜਿਹੜਾ ਕੋਈ ਸਾਹਮਣੇ ਆਊ ਸੁਪਰੀਮ ਕੋਰਟ ਨੇ ਤਾਂ ਉਹਦੇ ਆਧਾਰ ਦੇ ਉੱਤੇ ਕਰਨਾ ਹੈਗਾ ਨਾ। ਤੇ ਇਹਨਾਂ ਨੇ ਜਿਹੜੀ ਥੱਲੋਂ ਕਾਰਵਾਈ ਹੋਣੀ ਹੈਗੀ ਆ, ਏਜੰਸੀਜ਼ ਨੇ ਕਰਨੀ ਆ, ਪੁਲਿਸ ਨੇ ਕਰਨੀ ਹੈਗੀ ਆ, ਹੋਰ ਜਿਹੜੀਆਂ ਸੰਬੰਧਿਤ ਫੋਰਸਿਸ ਨੇ ਕਰਨੀ ਆ, ਉਹ ਨਹੀਂ ਪੂਰੀਆਂ ਕੀਤੀਆਂ ਗਈਆਂ। ਉਸ ਕਰਕੇ ਜਿੰਨਾ ਕਿ ਤੱਥ ਅਦਾਲਤ ਵਿੱਚ ਆਉਣਗੇ ਉਹਦੇ ਆਧਾਰ ਦੇ ਉੱਤੇ ਉਹਨੂੰ ਰਾਹਤ ਮਿਲ ਜੂ। ਤੇ ਕੋਸ਼ਿਸ਼ ਵੀ ਉਹਨਾਂ ਏਜੰਸੀਆਂ ਰਾਹੀਂ ਇਹੀ ਕੀਤੀ ਜਾ ਰਹੀ ਹੈ ਕਿ ਸੁਤੰਤਰ ਜਾਂਚ ਨਾ ਹੋਵੇ, ਸੁਤੰਤਰ ਜਾਂਚ ਦੀ ਜਗ੍ਹਾ ਦੇ ਉੱਤੇ ਢਿੱਲੀ ਮੱਠੀ ਹੋਵੇ, ਜਿਹਦੇ ਵਿੱਚ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਨੂੰ ਰਾਹਤ ਮਿਲਦੀ ਰਹੇ। जी एक पास तक कहा जाता है कि जो केंद्रीय एजेंसियां ने उस तंत्र ने वो अपने जो कानून है उसके अकॉर्डिंग काम कर रही ने, पर अजिहा जापता नहीं है किते नहीं जापदा कि शरेआम ही एक्सपोज ने हो नंगियां चिट्टियां सरकार दे ਲਈ ਕੰਮ ਕਰਦੀਆਂ। ਸਰਕਾਰ ਚਾਹੁੰਦੀ ਹੈ ਕਿ ਉਹ ਰਿਟਾਇਰ ਹੋਣ ਵਾਲਾ ਬੰਦਾ ਉਹਦੀ ਮਿਆਦ ਵੀ ਵਧਾ ਦਿੰਦੀ ਹੈ, ਉਮਰ ਵੀ ਵਧਾ ਦਿੰਦੀ ਹੈਗੀ ਆ। ਇਹ ਤਾਂ ਸਾਰਾ ਕੁਝ ਮਿਲੀ ਭੁਗਤ ਨਾਲ ਹੀ ਹੋ ਰਿਹਾ ਹੈਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਗੋਂ ਉਲਟਾ ਜੋ ਇੱਕ ਕੰਮ ਕਰਨਾ ਬਣਦਾ ਸੀਗਾ, ਜਿਵੇਂ ਉਹਦੀ ਧਮਕੀ ਸਾਹਮਣੇ ਆਉਂਦੀ ਹੈ ਕੇਂਦਰੀ ਮੰਤਰੀ ਦੀ, ਉਸ ਸਮੇਂ 2 ਸਾਲ ਪਹਿਲਾਂ ਹੀ ਆਉਂਦੀ ਹੈ, ਉਹਨੂੰ ਉਹਦੇ ਤੋਂ ਲਾਂਭਾ ਹੀ ਕਰਨਾ ਚਾਹੀਦਾ ਸੀ। ਉਹ ਉਹਦੇ ਤੋਂ ਲਾਂਭੇ ਵੀ ਨਹੀਂ ਹੋਇਆ, ਮੰਤਰੀ ਮੰਡਲ ਦੇ ਵਿੱਚ ਵੀ ਸਗੋਂ ਉਹਨੂੰ ਕਈ ਸਾਰੀਆਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਹੋਰ। ਸੋ ਇਹਦਾ ਮਤਲਬ ਕੀ ਹੈ ਕਿ ਇਹ ਸਾਰਾ ਕੁਝ ਬੀਜੇਪੀ ਦੀ ਨੱਕ ਹੇਠ ਹੋ ਰਿਹਾ ਹੈਗਾ, ਗੁੰਡਾਗਰਦੀ ਹੋ ਰਹੀ ਹੈਗੀ ਆ। ਕਿ ਉਹਦੇ ਵਿੱਚ ਜਿਹੜੇ ਕਿਸਾਨਾਂ ਨੂੰ ਜਿਵੇਂ ਉਹਨੇ ਲਲਕਾਰਿਆ, ਉਹਦੇ ਵਿੱਚ ਇੱਕ ਮਾਈਨੋਰਿਟੀ ਦਾ ਵੀ ਐਂਗਲ ਆ। ਉੱਥੋਂ ਜਦੋਂ ਉਹਨਾਂ ਦਿਨਾਂ ਦੇ ਵਿੱਚ ਜਮਹੂਰੀਅਤ ਘਰ ਸਭਾ ਦੀ ਟੀਮ ਹੈ ਜਿਹੜੀ ਉਹ ਫੈਕਟ ਫਾਈਂਡਿੰਗ ਲਈ ਗਈ ਆ, ਜਿਹਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸ਼ਾਮਲ ਸੀਗੇ। ਇੱਧਰ ਨਵੇਂ ਜੋ ਆਪਣੇ ਗੁਰਸ਼ਰਨ ਸਿੰਘ ਨੇ ਨਾਵਲਕਾਰ ਨਾਟਕਕਾਰ ਹੋਏ ਨੇ ਬਹੁਤ ਵੱਡੇ, ਉਹਨਾਂ ਦੀ ਬੇਟੀ ਹੈ JNU ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਨਵਸ਼ਰਨ ਕੌਰ, ਉਹ ਵੀ ਗਈ ਸੀ। ਤਾਂ ਉਹਨਾਂ ਨੇ ਦੱਸਿਆ ਕਿ ਇਹਨੂੰ ਹਿੰਦੂ ਸਿੱਖ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਗਈ ਵੀ ਇੱਥੇ ਇੱਕ ਦੰਗੇ ਭੜਕਣ। ਇਹ ਦੰਗੇ ਭੜਕਾਉਣ ਦੇ ਵਿੱਚ ਵੀ ਅਜੇ ਮਿਸ਼ਰਾ ਟੈਨੀ ਤੇ ਦਾ ਮੁੰਡਾ ਸ਼ਾਮਲ ਸੀ ਕਿ ਵੀ, ਪਰ ਲੋਕ ਭੜਕੇ ਨਹੀਂ ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਸੀ, ਹਿੰਦੂ ਸਿੱਖ ਮੁਸਲਮਾਨ ਏਕਤਾ ਬਣੀ ਹੋਈ ਸੀਗੀ। ਉਹ ਏਕਤਾ ਬਣੀ ਹੋਣ ਦੇ ਕਰਕੇ ਜਿਹੜਾ ਉੱਥੇ ਦਾ ਜਿਹੜਾ ਜੱਟ ਭਾਈਚਾਰਾ ਹੈਗਾ ਉਹਨਾਂ ਨੇ ਕੁਝ ਹੋਣ ਨਹੀਂ ਦਿੱਤਾ ਹੈਗਾ। ਜੇਕਰ ਕਿਤੇ ਨਾਰਮਲ ਮਾਹੌਲ ਹੁੰਦਾ, ਏਕਤਾ ਨਾ ਬਣੀ ਹੁੰਦੀ, ਕਿਸਾਨ ਅੰਦੋਲਨ ਨਾ ਚੱਲਦਾ ਹੁੰਦਾ, ਤੇ ਹੋ ਸਕਦਾ ਕਿ ਇਹ ਕੁਝ ਵੀ ਕਰ ਸਕਦੇ ਸੀ। ਲਖੀਮਪੁਰ ਚ ਹਿੰਸਾ ਹੋਈ ਹੈ ਜੋ ਉਸ ਦੇ ਵਿੱਚ ਹੁਣ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ। ਅੱਜ ਪੰਜਾਬ ਦੇ ਵਿੱਚ ਵੀ 2 ਸਾਲ ਤੋਂ ਬਾਅਦ ਇਹ ਵਿਰੋਧ ਜਾਰੀ ਹੈ ਤੇ ਉਸ ਤੇ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਗਏ ਨੇ। ਯੂਪੀ ਚ ਵੀ ਹੋਇਆ, ਵੈਸਟਰਨ ਯੂਪੀ ਦੇ ਵਿੱਚ ਵੀ ਹੋਇਆ, ਤੇ ਵੈਸਟਰਨ ਯੂਪੀ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਕੀਤਾ। ਕਾਰਨ ਇਹੀ ਹੈ ਕਿ ਸਾਡਾ ਮੁਲਕ ਦੇ ਵਿੱਚ ਜਦੋਂ ਇਨਸਾਫ ਚ ਦੇਰੀ ਹੋ ਜਾਂਦੀ ਹੈ ਇਹਦਾ ਮਤਲਬ ਹੁੰਦਾ ਕਿ ਇਨਸਾਫ ਨਹੀਂ ਕਰਨਾ। ਜੀ ਜੀ ਜਵਿੰਦਰ ਜੀ ਨੇ ਅਹਿਮ ਖਬਰਾਂ ਤੇ ਮੁੱਦਿਆਂ ਤੇ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਲਵਲੀ, ਮਿਹਰਬਾਨੀ ਜੀ। ਖਬਰ ਪੁਆਇੰਟ ਦੇ ਅੱਜ ਦੇ ਐਪੀਸੋਡ 'ਚ ਫਿਲਹਾਲ ਇੰਨਾ ਹੀ। ਹੋਰ ਖਬਰਾਂ ਤੇ ਮੁੱਦੇ ਲੈ ਕੇ ਜਲਦ ਹਾਜ਼ਰ ਹੋਵਾਂਗੇ। ਉਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।